ਇਨਸੋਮਨੀਆ, नींद का ना आना, ये कोई बीमारी नहीं है, लेकिन ये बीमारी का रूप धारण ना कर लवे उस तो पहले ही सानू आयुर्वेद की शरण च आ जाना चाहिए है कि जो कर्म इंद्रियां और ज्ञान इंद्रियां और मन थक जाता है, कईयां दा जर्नी करके जल्दी भी थक जाता है, तो वो नींद आती है और आनी चाहिए है। पहला विधान हुंदा सी ना भी रात नूं गर्म दुध पी के सौना है, वो क्यों विधान हुंदा सी? जिहड़ा मिल्क है हैवी हुंदा और ये सैडेटिव हुंदा, सैडेटिव मीन नींद लिआउण वाला। लेकिन असी जदों ये विधानां तो, ये नैचुरल विधानां तो, ये आयुर्वेद के बेसिक प्रिंसीपल्स तो जिन्ना दूर जा रहे हैं उन्ना ही असी बीमारियां नूं इनवाइट कर रहे हैं। किसी नूं किसी कारण करके मान लो इंसोमनिया शुरू हो गया, अद्धा चम्मच अजमैन, खोरासानी अजमैन का उस दुध नाल जां गर्म पानी नाल रात नूं सौण तो पहलां लैके सौ जाओ। अच्छा, ਤੁਹਾਨੂੰ ਬਹੁਤ ਵਧੀਆ ਉਹ ਸਾਈਡ ਹੁੰਦੀ ਹੈ ਜਿਹੜੀ ਅਜਮੈਨ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ। ਅੱਜ ਵੀ ਇੱਕ ਖਾਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਤੇ ਵਿਸ਼ਾ ਹੈ ਇਨਸੋਮਨੀਆ। ਇਨਸੋਮਨੀਆ ਯਾਨੀ ਕਿ ਨੀਂਦ ਨਾ ਆਉਣਾ। ਨੀਂਦ ਨਾ ਆਉਣਾ ਆਮ ਤੌਰ ਦੇ ਉੱਤੇ ਕਈਆਂ ਨੂੰ ਲੱਗਦਾ ਹੈ ਕਿ ਇਹ ਕੋਈ ਬਿਮਾਰੀ ਨਹੀਂ ਹੁੰਦੀ, ਪਰ ਇਹ ਇੱਕ ਬਿਮਾਰੀ ਵੀ ਹੈ। ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਇਹ ਬੁਲਾ ਵੀ ਲੈਂਦੀ ਹੈ। ਸੋ ਨੀਂਦ ਨਾ ਆਉਣ ਕਰਕੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ। ਸੋ ਇਸ ਤੋਂ ਕਿਵੇਂ ਬਚਣਾ ਹੈ, ਇਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ। ਔਰ ਇਨਸੋਮਨੀਆ ਦੇ ਜਿਹੜੇ ਸ਼ਿਕਾਰ ਲੋਕ ਹੁੰਦੇ ਨੇ ਉਹ ਕਿਸ ਤਰੀਕੇ ਦੇ ਨਾਲ ਨੈਚੁਰਲ ਤਰੀਕੇ ਦੇ ਨਾਲ, ਆਯੁਰਵੈਦਿਕ ਤਰੀਕੇ ਦੇ ਨਾਲ ਆਪਣਾ ਇਲਾਜ ਕਰ ਸਕਦੇ ਨੇ। ਔਰ ਇਸ ਤੋਂ ਇਲਾਵਾ ਪੰਚਕਰਮਾ ਦਾ ਇਸ ਦੇ ਵਿੱਚ ਕੀ ਰੋਲ ਹੈਗਾ, ਪੰਚਕਰਮਾ ਦੇ ਨਾਲ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ, ਇਹ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਨਾ, ਤੇ ਜੇ ਤੁਸੀਂ ਇਸ ਨੂੰ ਸਾਡੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਦੇਖ ਰਹੇ ਹੋ ਤਾਂ ਤੁਸੀਂ ਆਪਣੇ ਜਾਣਕਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ ਇਸ ਨੂੰ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ। ਸੋ ਇਹ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਅੱਜ ਮੌਜੂਦ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ ਚੰਡੀਗੜ੍ਹ ਆਯੁਰਵੈਦ ਐਂਡ ਪੰਚਕਰਮਾ ਸੈਂਟਰ ਦੇ MD ਅਤੇ ਸਟੇਟ ਅਵਾਰਡੀ ਵੈਦ ਜਗਜੀਤ ਸਿੰਘ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸ਼ੇਖਰ ਜੀ, ਤੁਹਾਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਸੁਣਨ ਵਾਲੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਨੀਂਦ ਨਾ ਆਉਣਾ ਤਾਂ ਵੈਸੇ ਜਵਾਨੀ ਦੇ ਵਿੱਚ ਤਾਂ ਜੀ ਕਹਿੰਦੇ ਆ ਨੀਂਦ ਉਦੋਂ ਨਹੀਂ ਆਉਂਦੀ ਹੁੰਦੀ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੁੰਦਾ, ਅਤੇ ਜਦੋਂ ਫਿਰ ਉਮਰ ਅੱਗੇ ਅੱਗੇ ਵੱਧਦੀ ਹੈ ਅਤੇ ਫਿਰ ਨੀਂਦ ਨਹੀਂ ਆਉਂਦੀ। ਕਈ ਵਾਰੀ ਕਹਿੰਦੇ ਚਿੰਤਾਵਾਂ ਸਤਾਉਂਦੀਆਂ ਨੇ, ਬੱਚਿਆਂ ਦਾ ਕੀ ਭਵਿੱਖ ਹੋਊਗਾ, ਇੱਦਾਂ ਦੀਆਂ ਕਈ ਚੀਜ਼ਾਂ। ਅਤੇ ਇਸ ਨੂੰ ਆਮ ਤੌਰ ਦੇ ਉੱਤੇ ਵਿਅਕਤੀ ਦੇਖਦਾ ਕਿ ਸ਼ਾਇਦ ਇੱਕ ਲਾਈਫ ਸਟਾਈਲ ਡਿਸਆਰਡਰ ਹੈਗਾ ਕਿ ਅਸੀਂ ਸੋ ਨਹੀਂ ਪਾ ਰਹੇ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਕਈ ਚੱਲ ਰਹੀਆਂ ਨੇ, ਪਰ ਇਹ ਕੀ ਇੱਕ ਬਿਮਾਰੀ ਵੀ ਹੁੰਦੀ ਹੈ? ਤੁਸੀਂ ਜਿੰਨੇ 2-3 ਕਾਰਨ ਦੱਸੇ ਨੇ ਜੀ, ਇਹ ਕਾਰਨ ਵੀ ਇੱਕ ਸੁਭਾਵਿਕ ਨੇ। ਜਵਾਨੀ ਦੇ ਵਿੱਚ ਨੀਂਦ ਨਾ ਆਉਣਾ, ਚਿੰਤਾਵਾਂ ਕਰਕੇ ਮਨ ਦੀਆਂ ਵੇਰੀਏਸ਼ਨ ਚੇਂਜ ਹੋਣੀਆਂ, ਸੋਚ ਥਿੰਕਿੰਗ ਨਾਲ ਜੀ। ਲੇਕਿਨ ਆਯੁਰਵੇਦ ਦੇ ਵਿੱਚ ਜਿਹੜਾ ਇਹਦਾ ਐਸਪੈਕਟ ਹੈ ਬਹੁਤ ਯਥਾਰਥ ਔਰ ਸੱਚਾਈ ਦੇ ਨੇੜੇ ਹੈਗਾ। ਇਨਸੋਮਨੀਆ, ਨੀਂਦ ਦਾ ਨਾ ਆਉਣਾ, ਜਾਂ ਇਹ ਸਮਝ ਲਓ ਕਿ ਆਪਾਂ ਇਹਨੂੰ ਸਲੀਪ ਡਿਸਆਰਡਰ ਕਹਿ ਲੈਂਦੇ ਆਂਗੇ ਜੀ। ਆਯੁਰਵੇਦ ਦੇ ਵਿੱਚ ਇੱਕ ਚੀਜ਼ ਬੜੀ ਕਲੀਅਰ ਕਾਇਆ ਨੂੰ ਡਿਫਾਈਨ ਕੀਤਾ ਹੋਇਆ ਹੈਗਾ ਕਿ ਸਾਡੀਆਂ 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ ਜੀ, ਔਰ ਇਹ 10 ਤੋਂ ਇਲਾਵਾ 11ਵਾਂ ਮਨ। ਇਹ 11 ਜਿਹੜੇ ਸਾਡੇ ਬਾਡੀ ਦੇ ਫੈਕਟਰਸ ਨੇਗੇ, ਜਦੋਂ ਇਹ ਇੱਕ ਟਾਈਮ ਤੋਂ ਬਾਅਦ ਥੱਕ ਜਾਂਦੇ ਨੇਗੇ ਜੀ, ਤਾਂ ਸਾਨੂੰ ਨੀਂਦ ਆਉਂਦੀ ਹੈ। ਤਾਂ ਹੀ ਕਹਿੰਦੇ ਨੇ ਕਿ 24 ਘੰਟੇ ਦੇ ਵਿੱਚ ਏਜ ਦੇ ਮੁਤਾਬਕ 6 ਤੋਂ 7 ਘੰਟੇ ਸੌਣਾ ਬਹੁਤ ਜ਼ਰੂਰੀ ਹੈਗਾ। ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਵਿਅਕਤੀ ਸ਼ਾਮ ਨੂੰ ਉਹਦਾ ਰੂਟੀਨ 9 ਵਜੇ ਦਾ ਹੈ, 10 ਵਜੇ ਦਾ ਹੈ, 11 ਵਜੇ ਦਾ ਹੈ, ਜਾਂ ਜਿਨ੍ਹਾਂ ਦੀ ਨਾਈਟ ਡਿਊਟੀ ਹੈ ਉਹਨਾਂ ਦਾ ਪੈਟਰਨ ਕੁਛ ਹੋਰ ਹੈ, ਲੇਕਿਨ ਅਸਲੀਅਤ ਉਹੀ ਹੈ ਕਿ ਜਦੋਂ ਕਰਮ ਇੰਦਰੀਆਂ ਔਰ ਗਿਆਨ ਇੰਦਰੀਆਂ ਔਰ ਮਨ ਥੱਕ ਜਾਂਦਾ ਹੈਗਾ, ਕਈਆਂ ਦਾ ਜਰਨੀ ਕਰਕੇ ਜਲਦੀ ਵੀ ਥੱਕ ਜਾਂਦਾ ਹੈ, ਤਾਂ ਉਹ ਨੀਂਦ ਆਉਂਦੀ ਹੈ ਔਰ ਆਉਣੀ ਚਾਹੀਦੀ ਹੈ। ਲੇਕਿਨ ਜਦੋਂ ਕਿਸੇ ਵੀ ਕਾਰਨ ਕਰਕੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਥੱਕ ਵੀ ਜਾਣ, ਮਨ ਥੱਕ ਵੀ ਜਾਵੇ, ਤਾਂ ਵੀ ਥੋਟਸ ਜਾਂ ਵੇਰੀਏਸ਼ਨਸ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਘਰ ਕਰ ਲੈਂਦੀਆਂ ਨੇ ਜਾਂ ਚਿੰਤਾਵਾਂ ਕਰਕੇ ਕਿ ਨੀਂਦ ਨਹੀਂ ਆਉਂਦੀ ਜੀ, ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਇਨਸੋਮਨੀਆ ਜਾਂ ਸਲੀਪ ਡਿਸਆਰਡਰ ਹੈ। ਔਰ ਤੁਹਾਡੀ ਦੂਸਰੀ ਗੱਲ ਵੀ ਬਿਲਕੁਲ ਸਹੀ ਹੈ, ਇਹ ਹੈ ਲਾਈਫ ਸਟਾਈਲ ਡਿਸਆਰਡਰ ਹੈ, ਇਹ ਕੋਈ ਬਿਮਾਰੀ ਨਹੀਂ ਹੈ। ਹੁਣ ਦੇਖੋ ਸ਼ੇਖਰ ਜੀ, ਕਈ ਵਾਰ ਅਸੀਂ ਕੋਈ ਦਵਾਈਆਂ ਇਹੀ ਜਿਹੀ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ ਜੀ,
ਜਾਂ ਕਈ ਵਾਰ ਸਾਡੀ ਵਰਕਿੰਗ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਦਵਾਈਆਂ ਬਾਰੇ ਮੈਂ ਖਾਸ ਤੌਰ 'ਤੇ ਜ਼ਿਕਰ ਕਰਦਾ ਹੁੰਦਾ ਕਿਉਂਕਿ ਮੈਂ ਰੋਜ਼ ਦੇਖਦਾ ਕਿ ਤੁਸੀਂ ਬਲੱਡ ਪ੍ਰੈਸ਼ਰ ਦੀਆਂ, ਕੋਈ ਆਈਸਾਈਟ ਦੀਆਂ ਜਾਂ ਕੋਈ ਹਾਰਮੋਨਲ ਦਵਾਈਆਂ ਲੈਣੀ ਸ਼ੁਰੂ ਕਰ ਦਿੰਦੇ ਹੋ, ਜਾਂ ਤੁਸੀਂ ਥੱਕੋ ਨਾ, ਤੁਸੀਂ 18 ਘੰਟੇ ਕੰਮ ਕਰਨਾ ਹੈ, 16 ਘੰਟੇ ਕੰਮ ਕਰਨਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੇ ਕੋਈ ਸਪਲੀਮੈਂਟ, ਕੋਈ ਪ੍ਰੋਟੀਨ ਜਾਂ ਕੋਈ ਹੋਰ ਆਰਟੀਫਿਸ਼ੀਅਲ ਸਪਲੀਮੈਂਟ ਲੈਣੇ ਸ਼ੁਰੂ ਕਰ ਦਿੰਦੇ ਹੋ, ਉਹਨਾਂ ਦਾ ਬਾਡੀ ਦੇ ਉੱਪਰ ਇੱਕ ਤਰ੍ਹਾਂ ਦਾ ਸਾਈਡ ਇਫੈਕਟ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਪਹਿਲਾਂ ਸਾਈਡ ਇਫੈਕਟ ਨਜ਼ਰ ਨਹੀਂ ਆਉਂਦਾ, ਲੇਕਿਨ ਇੱਕ ਲਿਮਟ ਹੈ ਸਾਡੀ ਗਿਆਨ ਇੰਦਰੀਆਂ, ਕਰਮ ਇੰਦਰੀ, ਕਾਇਆ ਦੀ ਇੱਕ ਲਿਮਟ ਹੈ। ਉਸ ਲਿਮਟ ਤੋਂ ਜਦੋਂ ਅਸੀਂ ਅੱਗੇ ਕ੍ਰਾਸ ਕਰ ਦਿੰਦੇ ਹਾਂ ਤਾਂ ਸਾਨੂੰ ਇਹ ਜਿਹੜਾ ਸਲੀਪ ਡਿਸਆਰਡਰ ਹੋਣਾ ਸ਼ੁਰੂ ਹੋ ਜਾਂਦਾ। ਔਰ ਇਹ ਆਪਾਂ ਇਸ ਕਰਕੇ ਵੀ ਅੱਜ ਟੌਪਿਕ ਇਹ ਚੁਣਿਆ ਹੈਗਾ ਸ਼ੇਖਰ ਜੀ ਕਿ ਅੱਜ ਕੱਲ੍ਹ ਬਹੁਤ ਲੋਕਾਂ ਤੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ। ਖਾਸ ਤੌਰ 'ਤੇ ਉਹ ਕਹਿੰਦੇ ਨੇ ਕਿ ਜੀ ਕਰੋਨਾ ਤੋਂ ਬਾਅਦ, ਕਰੋਨਾ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਖਾ ਲਈਆਂ ਪ੍ਰੀਕਾਸ਼ਨ ਵਾਸਤੇ, ਜਾਂ ਜਿਨ੍ਹਾਂ ਨੂੰ ਕਰੋਨਾ ਹੋਇਆ ਹੈਗਾ ਜਾਂ ਜਿਨ੍ਹਾਂ ਨੇ ਕੋਈ ਵੈਕਸੀਨ ਇਸ ਤਰ੍ਹਾਂ ਦੀ ਲਗਵਾ ਲਏ ਜਿਹੜੇ ਪ੍ਰੋਪਰ ਟੈਸਟਡ ਨਹੀਂ ਸੀ, ਉਹਨਾਂ 'ਤੇ ਬਕਾਇਦਾ ਰਿਸਰਚ ਨਹੀਂ ਸੀ ਹੋਈ, ਉਹਨਾਂ ਲੋਕਾਂ ਦੇ ਅਸੀਂ ਅੱਜ ਕੱਲ੍ਹ ਇਹ ਚੀਜ਼ ਦੇਖ ਰਹੇ ਹਾਂਗੇ ਕਿ ਉਹਨਾਂ ਨੂੰ ਸਲੀਪ ਡਿਸਆਰਡਰ ਦੀ ਜਾਂ ਇਨਸੋਮਨੀਆ ਦੀ ਪ੍ਰੋਬਲਮ ਹੋ ਰਹੀ ਹੈ। ਸੋ ਬੇਸਿਕਲੀ ਇਹ ਕੋਈ ਬਿਮਾਰੀ ਨਹੀਂ ਹੈ, ਲੇਕਿਨ ਇਹ ਬਿਮਾਰੀ ਦਾ ਰੂਪ ਧਾਰਨ ਨਾ ਕਰ ਲਵੇ ਉਸ ਤੋਂ ਪਹਿਲਾਂ ਹੀ ਸਾਨੂੰ ਆਯੁਰਵੇਦ ਦੀ ਸ਼ਰਨ 'ਚ ਆ ਜਾਣਾ ਚਾਹੀਦਾ ਹੈਗਾ ਕਿਉਂਕਿ ਆਯੁਰਵੇਦ ਦੇ ਵਿੱਚ ਇਹਨੂੰ ਡਿਫਾਈਨ ਵੀ ਬਹੁਤ ਅੱਛੀ ਤਰ੍ਹਾਂ ਕੀਤਾ। ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ, ਇਹ ਫੈਕਟ ਹੈ, ਇਹਨੂੰ ਤੁਸੀਂ ਜਿਵੇਂ ਮਰਜ਼ੀ ਲੈ ਲਓ, ਲੇਕਿਨ ਫੈਕਟ ਇਹੀ ਹੈ ਵੀ ਜਿਉਂ ਸਾਡੀਆਂ ਗਿਆਨ ਇੰਦਰੀਆਂ, ਨਾਸਾ, ਚਕਸ਼ੂ, ਈਅਰਸ, ਇਹ ਇੰਦਰੀਆਂ ਸਾਡੀਆਂ ਜਦੋਂ ਕੰਮ ਕਰਨਾ ਜਾਂ ਇਹਨਾਂ ਦੀ 'ਚ ਥਕਾਵਟ ਆ ਜਾਂਦੀ ਹੈ ਕੰਮ ਕਰਦੇ ਕਰਦੇ, ਕਰਮ ਇੰਦਰੀਆਂ, ਹਸਤ, ਪਦਹਸਤ, ਜਦੋਂ ਇਹਨਾਂ ਦੇ ਵਿੱਚ ਥਕਾਵਟ ਆ ਜਾਂਦੀ ਹੈ ਤਾਂ ਉਦੋਂ ਸਾਨੂੰ ਜਿਹੜਾ ਹੈ ਸੌਣਾ ਚਾਹੀਦਾ ਔਰ ਪ੍ਰੋਪਰ ਸੌਣਾ ਚਾਹੀਦਾ। ਹੁਣ ਦੂਸਰੀ ਗੱਲ ਇਸ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਸੌਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇੱਕ ਨੈਚੁਰਲ ਪ੍ਰੋਸੈਸ ਹੈ, ਇਸ ਨੂੰ ਡਿਲੇ ਨਹੀਂ ਕਰਨਾ ਚਾਹੀਦਾ। ਜਿਵੇਂ ਤੁਸੀਂ ਗੱਲ ਕੀਤੀ ਸੀ ਨਾ ਕਿ ਕਈ ਵਾਰੀ ਕੁਝ ਲੋਕ ਸਪਲੀਮੈਂਟਸ ਲੈਂਦੇ ਕਿ ਨੀਂਦ ਨਾ ਆਵੇ, ਜ਼ਿਆਦਾ ਕੰਮ ਕਰ ਪਾਉਣ ਜਾਂ ਕੁਛ, ਤਾਂ ਇੱਕ ਤਰੀਕੇ ਦੇ ਨਾਲ ਉਹ ਆਪਣੀ ਨੀਂਦ ਨੂੰ ਟਾਲਦੇ ਨੇ ਅਤੇ ਉਹੀ ਕਿਤੇ ਨਾ ਕਿਤੇ ਖਤਰਾ ਬਣ ਜਾਂਦਾ। ਹੋਰ ਕੀ ਜਿਹੜੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਸੀ, ਹਾਲਾਂਕਿ ਤੁਸੀਂ ਆਪਣੀ ਗੱਲ ਕੰਪਲੀਟ ਕਰਨਾ ਵੈਦ ਸਾਹਿਬ ਜੋ ਤੁਸੀਂ ਕਰ ਰਹੇ ਸੀ, ਇਸ ਤੋਂ ਇਲਾਵਾ ਮਤਲਬ ਕਿਹੜੇ ਹੋਰ ਇੱਦਾਂ ਦੇ ਸਰੀਰ ਦੇ ਵਿੱਚ ਫਰਕ ਆ ਜਾਂਦੇ ਨੇ ਜਾਂ ਫਿਰ ਕਹਿ ਲਓ ਕਿ ਇਫੈਕਟ ਹੁੰਦੇ ਨੇ, ਬੈਡ ਇਫੈਕਟ, ਜਦੋਂ ਅਸੀਂ ਨਹੀਂ ਸੌਂਦੇ ਤਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਬਦਲਾਅ ਆਉਂਦੇ ਨੇ? ਦੇਖੋ ਮੈਂ ਉਹ ਵੀ ਇਫੈਕਟ ਦੱਸਾਂਗਾ ਜੀ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਨਾ ਡਰਾਈਵਿੰਗ ਮੋਡ 'ਤੇ ਕਈ ਡਰਾਈਵਰ ਦੀ ਡਿਊਟੀ ਹੁੰਦੀ ਹੈ, ਕਈਆਂ ਦੀ ਨਾਈਟ ਡਿਊਟੀ ਹੁੰਦੀ ਹੈ, ਉਹ ਆਪਣੀ ਨੀਂਦ ਨੂੰ ਟਾਲਣ ਵਾਸਤੇ ਕੌਫੀ, ਚਾਹ, ਹੋਰ ਕਈ ਇਸ ਤਰ੍ਹਾਂ ਦੇ ਸਪਲੀਮੈਂਟ ਵੀ ਲੈਣੇ ਸ਼ੁਰੂ ਕਰ ਦਿੰਦੇ ਨੇ ਕਿ ਉਹਨੂੰ ਨੀਂਦ ਨਾ ਆਵੇ, ਉਹ ਐਕਟਿਵ ਰਹਿਣ। ਲੇਕਿਨ ਜਦੋਂ ਇਹ ਚੀਜ਼ ਦੇ ਅਡਿਕਟ ਹੋ ਜਾਂਦੇ ਨੇ ਜਾਂ ਲੰਬਾ ਟਾਈਮ ਉਹਨਾਂ ਨੂੰ ਵੀ ਲੈਣੇ ਪੈਂਦੇ ਨੇ, ਉਹਦੇ ਨਾਲ ਸਾਡੀ ਬਾਡੀ 'ਤੇ ਸਾਈਡ ਇਫੈਕਟ ਹੋਣੇ ਨੈਚੁਰਲ ਹੈ। ਹਾਈਪਰ ਐਸਿਡਿਟੀ ਹੋਣੀ, ਕੌਨਸਟੀਪੇਸ਼ਨ ਹੋਣੀ, ਨੀਂਦ ਨਾ ਆਉਣ ਕਰਕੇ ਕੋਈ ਬਾਡੀ ਦੇ ਵਿੱਚ ਵਾਯੂ ਦਾ ਵੇਗ ਵੱਧ ਜਾਂਦਾ ਹੈਗਾ, ਏਅਰ ਐਲੀਮੈਂਟ ਵੱਧ ਜਾਂਦਾ ਹੈਗਾ, ਉਹਦੇ ਕਰਕੇ ਜ਼ਿਆਦਾ ਕਿਸੇ ਵੀ ਬਾਡੀ ਦੇ ਹਿੱਸੇ ਦੇ ਵਿੱਚ ਪੇਨ ਹੋ ਸਕਦਾ ਹੈ, ਸਰਵਾਈਕਲ ਦੇ ਵਿੱਚ ਪੇਨ ਹੋ ਸਕਦਾ ਹੈਗਾ, ਬਾਡੀ ਸਟਿਫਨੈਸ ਹੋ ਸਕਦੀ ਹੈ, ਭੁੱਖ ਘੱਟ ਸਕਦੀ ਹੈ, ਗੈਸ ਬਣ ਸਕਦੀ ਹੈ, ਬਹੁਤ ਸਾਰੀਆਂ ਪ੍ਰੋਬਲਮ ਨੇ। ਅਸੀਂ ਆਰਟੀਫਿਸ਼ੀਅਲ ਕਿਸੇ ਤਰੀਕੇ ਨਾਲ ਇਹਦਾ ਲਾਈਫ ਸਟਾਈਲ 'ਚੋਂ ਚੇਂਜ ਕਰਦੇ ਹਾਂ ਤਾਂ ਉਹਦੇ ਨਾਲ ਸਾਡੇ ਬਾਡੀ ਦੇ ਵਿੱਚ ਲਾਈਫ ਸਟਾਈਲ ਡਿਸਆਰਡਰ ਆਉਣੇ ਸ਼ੁਰੂ ਹੋ ਜਾਂਦੇ ਨੇ। ਦੇਖੋ ਸ਼ੇਖਰ ਜੀ, ਸਟਾਰਟਿੰਗ ਦੇ ਵਿੱਚ ਉਹ ਡਿਸਆਰਡਰਸ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ, ਸਟਾਰਟਿੰਗ ਦੇ ਵਿੱਚ ਅਸੀਂ ਇਨਸੋਮਨੀਆ ਨੂੰ ਵੀ ਮੈਨੇਜ ਕਰ ਸਕਦੇ ਹਾਂ, ਲੇਕਿਨ ਜਦੋਂ ਉਹਨਾਂ 'ਤੇ ਅਸੀਂ ਜ਼ਿਆਦਾ ਡਿਪੈਂਡ ਹੋਣ ਲੱਗ ਜਾਂਦੇ ਹਾਂ, ਜ਼ਿਆਦਾ ਲਗਾਤਾਰ ਅਸੀਂ ਉਹਨਾਂ ਨੂੰ ਯੂਜ਼ ਕਰਦੇ ਰਹਿੰਦੇ ਹਾਂ, ਇਸ ਤਰ੍ਹਾਂ ਦੀਆਂ ਮੈਡੀਸਨ ਯੂਜ਼ ਕਰਦੇ ਰਹਿੰਦੇ ਹਾਂ, ਹਾਰਮੋਨਲ ਮੈਡੀਸਨ ਯੂਜ਼ ਕਰਦੇ ਰਹਿੰਦੇ ਹਾਂ, ਤਾਂ ਬਾਅਦ ਵਿੱਚ ਉਹ ਇੱਕ ਬਿਮਾਰੀ ਬਣ ਜਾਂਦੀ ਹੈ। ਫਿਰ ਸਾਨੂੰ ਨੀਂਦ ਦੀਆਂ ਦਵਾਈਆਂ ਖਾਣੀਆਂ ਪੈਂਦੀਆਂ ਨੇ, ਹੋਰ ਪਤਾ ਨਹੀਂ ਕੀ ਦੇਖੋ ਤੁਹਾਡੇ ਸਾਹਮਣੇ ਹੈ। ਫਿਰ ਵੀ ਲੋਕਾਂ ਨੂੰ, ਆਮ ਦਰਸ਼ਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਘਰੇ ਇੱਕ ਅਜਵਾਇਣ ਖਾ ਕੇ ਵੀ ਨੀਂਦ ਨੂੰ ਲਿਆ ਸਕਦੇ ਹਾਂ। ਅੱਛਾ ਜੀ, ਕੀ ਸਾਈਡ ਦੇਖੋ, ਇਟਸੈਲਫ ਜਿਹੜਾ ਖਾਣਾ ਹੈਗਾ ਸ਼ੇਖਰ ਜੀ, ਇਹ ਵੀ ਸੈਡੇਟਿਵ ਹੈ। ਪਹਿਲਾਂ ਵਿਧਾਨ ਹੁੰਦਾ ਸੀ ਨਾ ਵੀ ਰਾਤ ਨੂੰ ਗਰਮ ਦੁੱਧ ਪੀ ਕੇ ਸੌਣਾ ਹੈਗਾ, ਉਹ ਕਿਉਂ ਵਿਧਾਨ ਹੁੰਦਾ ਸੀ? ਜਿਹੜਾ ਮਿਲਕ ਹੈ ਹੈਵੀ ਹੁੰਦਾ ਔਰ ਇਹ ਸੈਡੇਟਿਵ ਹੁੰਦਾ। ਸੈਡੇਟਿਵ ਮੀਨਸ ਨੀਂਦ ਲਿਆਉਣ ਵਾਲਾ ਜੀ। ਲੇਕਿਨ ਅਸੀਂ ਜਦੋਂ ਇਹ ਵਿਧਾਨਾਂ ਤੋਂ, ਇਹ ਨੈਚੁਰਲ ਵਿਧਾਨਾਂ ਤੋਂ, ਇਹ ਆਯੁਰਵੇਦ ਦੇ ਬੇਸਿਕ ਪ੍ਰਿੰਸੀਪਲਸ ਤੋਂ ਜਿੰਨਾ ਦੂਰ ਜਾ ਰਹੇ ਹਾਂ ਉਨਾ ਹੀ ਅਸੀਂ ਬਿਮਾਰੀਆਂ ਨੂੰ ਇਨਵਾਈਟ ਕਰ ਰਹੇ ਹਾਂ। ਹੁਣ ਤੁਸੀਂ ਪੁੱਛਿਆ ਸੀ ਵੀ ਹੋਰ ਕਿਹੜੇ ਫੈਕਟਰਸ ਹੁੰਦੇ ਨੇ? ਬਹੁਤ ਸਾਰੇ ਫੈਕਟਰਸ ਨੇ। ਲਗਾਤਾਰ ਬਲੱਡ ਪ੍ਰੈਸ਼ਰ ਹਾਈ ਰਹਿਣਾ,
ਲਗਾਤਾਰ ਚਿੰਤਾਵਾਂ ਦੇ ਵਿੱਚ ਚਿੰਤਾ ਅੱਜ ਕੱਲ੍ਹ ਹਰੇਕ ਬੰਦੇ ਨੂੰ ਲਾਈਫ ਸਟਾਈਲ ਸਾਡਾ ਇਹੋ ਜਿਹਾ ਬਣਿਆ ਹੋਏਗਾ, ਲੇਕਿਨ ਚਿੰਤਾਵਾਂ ਦੇ ਨਾਲ ਇਸ ਤਰ੍ਹਾਂ ਦੇ ਸਪਲੀਮੈਂਟ ਜਾਂ ਇਸ ਤਰ੍ਹਾਂ ਦੀ ਡਾਈਟ ਚਾਰਟ ਨੂੰ ਅਸੈਪਟ ਕਰ ਲੈਣਾ ਵੀ ਮੈਂ ਰੋਟੀ ਨਹੀਂ ਖਾਣੀ, ਉਹਦੇ ਨਾਲ ਵੇਟ ਵੱਧ ਜਾਏਗਾ, ਲੇਕਿਨ ਉਹਦੀ ਜਗ੍ਹਾ 'ਤੇ ਪਿਲਸ ਆਉਂਦੀਆਂ ਨੇ ਕਿ ਉਹਨਾਂ 'ਚ ਪ੍ਰੋਟੀਨ ਵੀ ਹੈ, ਉਹ 'ਚ ਉਹ ਵੀ ਹੈ, ਉਹ ਖਾ ਲੈਣਾ ਹੈਗਾ ਵੀ ਭੁੱਖ ਮਰ ਜਾਵੇ, ਫੈਟ ਨਾ ਵਧੇ, ਫੈਟ ਨੂੰ ਬਰਨ ਕਰਨਾ ਹੈਗਾ। ਇਹ ਜਿੰਨੀਆਂ ਵੀ ਆਰਟੀਫਿਸ਼ਲ ਡਾਈਟਸ ਅਸੀਂ ਲੈਂਦੇ ਹਾਂ ਜੀ, ਸਾਡੇ ਲਾਈਫ ਸਟਾਈਲ ਨੂੰ, ਜੋ ਰਜਿਸਟੈਂਸ ਨੂੰ, ਇਮਿਊਨਿਟੀ ਨੂੰ ਬਣਾਉਣ ਵਾਸਤੇ ਜੋ ਸਾਨੂੰ ਭੋਜਨ ਜਾਂ ਜੋ ਏਰੀਏ ਦੇ ਮੁਤਾਬਕ, ਦੇਸ਼ ਕਾਲ ਦੇ ਮੁਤਾਬਕ ਜੋ ਸਾਨੂੰ ਡਾਈਟ ਲੈਣੀ ਚਾਹੀਦੀ ਹੈ, ਜਦੋਂ ਉਸ ਨਹੀਂ ਲੈਂਦੇ ਅਸੀਂ ਆਰਟੀਫਿਸ਼ਲ ਦਵਾਈਆਂ 'ਤੇ ਡਿਪੈਂਡ ਕਰਨ ਲੱਗ ਜਾਂਦੇ ਹਾਂ, ਤਾਂ ਵੀ ਸਾਨੂੰ ਇਨਸੋਮਨੀਆ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ ਜੀ। ਅਸੀਂ ਉਸ ਟਾਈਮ 'ਤੇ ਖਾਸ ਤੌਰ 'ਤੇ ਤਾਂ ਥੋੜ੍ਹਾ ਸੋਚ ਕੇ ਵੀ ਚਲੋ ਅੱਜ ਮੈਨੂੰ ਇਹ ਚੀਜ਼ ਦੀ ਟੈਨਸ਼ਨ ਹੈ, ਮੈਂ ਨੀਂਦ ਦੀ ਦਵਾਈ ਖਾਈ, ਸੌਂ ਗਿਆ, ਲੇਕਿਨ ਉਸ ਤੋਂ ਬਾਅਦ ਅਸੀਂ ਉਹਦੇ 'ਤੇ ਡਿਪੈਂਡ ਕਰਨ ਲੱਗ ਜਾਂਦੇ ਹਾਂ, ਆਪਣੇ 'ਤੇ ਡਿਪੈਂਡੈਂਟ ਕਰ ਲੈਂਦੇ, ਅਸੀਂ ਆਪਦੇ ਆਪ ਨੂੰ ਜ਼ਬਰਦਸਤੀ ਕਿਸੇ ਚੀਜ਼ ਦੇ ਅਧੀਨ ਬਣਾ ਲੈਂਦੇ ਹਾਂ ਜੀ। ਸੋ ਹੋਰ ਵੀ ਬੜੇ ਇਸ ਤਰ੍ਹਾਂ ਦੇ ਸਲੀਪ ਡਿਸਆਰਡਰ ਦੇ ਕਾਰਨ ਨੇਗੇ। ਰੂਟੀਨ ਦੇ ਵਿੱਚ ਓਵਰ ਐਗਜ਼ਰਟ ਕਰਨਾ, ਜਿੰਨਾ ਕੁ ਤੁਹਾਡੀ ਸਮਰੱਥਾ ਹੈ ਉਹਦੇ ਤੋਂ ਜ਼ਿਆਦਾ। ਹੁਣ ਮੈਂ ਦੇਖਿਆ ਜੀ ਖਾਸ ਤੌਰ 'ਤੇ ਫੋਰਨ ਦੇ ਵਿੱਚ ਜਾਂ ਇੱਥੇ ਹੀ ਮੈਂ ਦੇਖਿਆ ਹੈਗਾ, ਬਹੁਤ ਦੋਸਤ ਮਿੱਤਰ ਆਪਦੀ ਡਿਮਾਂਡ ਇੱਛਾਵਾਂ ਵਧਾ ਲੈਂਦੇ ਨੇ ਜੀ, ਉਹਦੇ ਮੁਤਾਬਕ ਕੰਮ ਜ਼ਿਆਦਾ ਡਬਲ ਸ਼ਿਫਟਾਂ ਲਾਉਂਦੇ ਨੇ। ਉਹ ਚਾਹੇ ਕੰਪਿਊਟਰ 'ਤੇ ਬੈਠਣ ਦੀਆਂ ਸ਼ਿਫਟਾਂ ਨੇ, ਚਾਹੇ ਉਹ ਭੱਜ ਨੱਠ ਕਰਨ ਦਾ ਕੰਮ ਹੈਗਾ ਜੀ। ਮੈਂ ਅਕਸਰ ਦੇਖਿਆ ਕਈ ਲੋਕ ਡਬਲ ਸ਼ਿਫਟ ਲਾਉਂਦੇ ਨੇ। ਅਸੀਂ ਕਈ ਵਾਰ ਉਹਨੂੰ ਐਪਰੀਸ਼ੀਏਟ ਵੀ ਕਰਦੇ ਹਾਂ ਵੀ ਦੇਖੋ ਇਹ ਮਿਹਨਤ ਕਰਦੇ ਨੇ, ਮਿਹਨਤੀ ਬੰਦਾ। ਹਾਂ, ਲੇਕਿਨ ਹਰੇਕ ਚੀਜ਼ ਦੀ ਇੱਕ ਸੀਮਾ, ਇੱਕ ਲਿਮਿਟ ਹੈ। ਜਦੋਂ ਅਸੀਂ ਲਿਮਿਟ ਕ੍ਰੋਸ ਕਰਦੇ ਹਾਂ, ਆਪਦੇ ਬਾਡੀ 'ਤੇ ਜ਼ਿਆਦਾ ਐਗਜ਼ਰਟ ਕਰਦੇ ਹਾਂ, ਆਪਣੀ ਮਾਨਸਿਕਤਾ 'ਤੇ ਜ਼ਿਆਦਾ ਐਗਜ਼ਰਟ ਕਰਦੇ ਹਾਂ, ਜ਼ਿਆਦਾ ਸੋਚਦੇ ਹਾਂ ਜੀ, ਉਹ ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਦੋਂ ਇਨਸੋਮਨੀਆ ਜਾਂ ਨੀਂਦ ਨਾ ਆਉਣ ਦੇ ਅਧੀਨ ਹੋ ਜਾਂਦੇ ਹਾਂ। ਫਿਰ ਉਸ ਤੋਂ ਵੀ ਸਭ ਤੋਂ ਵੱਡੀ ਗੱਲ ਸਿੱਖਿਆ ਜੀ ਇਹ 'ਚ ਹੋਰ ਹੈ, ਅਸੀਂ ਉਹਨੂੰ ਠੀਕ ਕਰਨ ਲਈ ਆਪਦੇ ਲਾਈਫ ਸਟਾਈਲ ਦੇ ਵਿੱਚ ਕੋਈ ਸੁਧਾਰ ਨਹੀਂ ਕਰਦੇ। ਆਪਣੇ ਖਾਣ ਪੀਣ ਦੇ ਵਿੱਚ ਸੁਧਾਰ ਕਰਨ ਤੋਂ ਪਹਿਲਾਂ ਡਾਕਟਰ ਕੋਲ ਜਾ ਕੇ ਉਹਨਾਂ ਤੋਂ ਇਸ ਤਰ੍ਹਾਂ ਦੀ ਐਡਵਾਈਸ ਜਾਂ ਇਸ ਤਰ੍ਹਾਂ ਨੀਂਦ ਦੀਆਂ ਦਵਾਈਆਂ ਖਾਂਦੇ ਹਾਂ। ਮੇਰਾ ਖਿਆਲ ਹੈ ਜੋ ਮੈਂ ਸਮਾਜ 'ਚ ਵਿਚਰਦਾ, ਹਰੇਕ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਹਾਂ, ਸਾਡੇ ਕੋਲ ਹਰੇਕ ਤਰ੍ਹਾਂ ਦੇ ਬੰਦੇ ਆਉਂਦੇ ਨੇ। ਬਹੁਤ ਲੋਕ ਨੀਂਦ ਨੂੰ ਲਿਆਉਣ ਵਾਸਤੇ ਨੀਂਦ ਦੀਆਂ ਪਿਲਸ ਖਾਂਦੇ ਨੇ, ਔਰ ਕਈ ਤਾਂ ਦੋਸਤ ਮਿੱਤਰ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਆਪਦੇ ਉਹਨੂੰ ਸੈਟਿਸਫਾਈਡ ਕਰਨ ਲਈ ਹੈਗਾ, ਉਹ ਨਹੀਂ ਡਾਕਟਰ ਸਾਹਿਬ ਮੈਂ ਤਾਂ ਬਹੁਤ ਘੱਟ ਜੀ 2.5 ਮਿਲੀਗ੍ਰਾਮ ਖਾਂਦਾ। ਲਓ, ਲੋਕ ਤਾਂ ਜੀ 5-5 10-10 ਮਿਲੀਗ੍ਰਾਮ ਦੀ ਦਵਾਈਆਂ ਖਾਂਦੇ ਨੇ। ਮੈਂ ਤਾਂ ਜੀ ਬਹੁਤ ਮਾਈਲਡ ਜੀ ਇੱਕ ਦਵਾਈ ਖਾਂਦਾ ਜੀ, ਉਹਦੇ ਨਾਲ ਮੈਨੂੰ ਨੀਂਦ ਆ ਜਾਂਦੀ ਹੈ। ਲੇਕਿਨ ਉਹ ਮੇਰੇ ਮਿੱਤਰਾਂ ਨੂੰ ਇਹ ਸਮਝਾਉਣਾ ਪੈਂਦਾ ਵੀ ਤੁਸੀਂ ਜਿਹੜੀਆਂ ਇਹ ਗੋਲੀਆਂ ਖਾ ਰਹੇ ਹੋ, ਇਨ ਦਾ ਲੌਂਗ ਰਨ ਤੁਹਾਡੇ 'ਤੇ ਬਹੁਤ ਸਾਈਡ ਇਫੈਕਟ ਹੈ। ਇੱਕ ਟਾਈਮ ਆਏਗਾ ਤੁਹਾਡੇ 'ਤੇ 2.5 ਮਿਲੀਗ੍ਰਾਮ ਵੀ ਇਫੈਕਟ ਨਹੀਂ ਕਰੇਗੀ, ਫਿਰ ਤੁਸੀਂ ਉਹਦੀ ਡੋਜ਼ ਵਧਾਓਗੇ। ਫਿਰ ਨੀਂਦ ਨੂੰ ਲਿਆਉਣ ਵਾਸਤੇ, ਕਿਸੇ ਵੀ ਬਾਡੀ ਦੇ ਫੰਕਸ਼ਨ ਨੂੰ ਜ਼ਬਰਦਸਤੀ ਕਰਾਉਣ ਵਾਸਤੇ ਜਦੋਂ ਅਸੀਂ ਕੋਈ ਵੀ ਸਹਾਰਾ, ਆਰਟੀਫਿਸ਼ਲ ਸਹਾਰਾ ਲੈਂਦੇ ਹਾਂ, ਉਹ ਅਸੀਂ ਪਤਾ ਨਹੀਂ ਕਿੰਨੇ ਕੁ ਆਪਦੇ ਸੈਲਜ਼ ਨੂੰ ਮਾਰਦੇ ਹਾਂ, ਆਪਣੇ ਮੈਟਾਬੋਲਿਜ਼ਮ ਨੂੰ ਕਿੰਨਾ ਕੁ ਡਿਸਟਰਬ ਕਰਦੇ ਹਾਂ, ਇਹ ਤੁਸੀਂ ਸੋਚ ਨਹੀਂ ਸਕਦੇ ਜੀ। ਇਹ ਇੱਕ ਅੱਛਾ ਡਾਕਟਰ, ਇੱਕ ਅੱਛਾ ਵੈਦ ਹੀ ਤੁਹਾਨੂੰ ਐਕਸਪਲੇਨ ਕਰ ਸਕਦਾ ਹੈਗਾ। ਸੋ ਇਹ ਕਈ ਕਾਰਨਾਂ ਕਰਕੇ ਜਦੋਂ ਨੀਂਦ ਨਹੀਂ ਆਉਂਦੀ, ਉਹ ਫਿਰ ਜਿਹੜੇ ਪੇਸ਼ੈਂਟ ਨੇ ਨਾ ਜੀ, ਉਹ ਅੱਗੇ ਕਈ ਬਿਮਾਰੀਆਂ ਨੂੰ ਇਨਵਾਈਟ ਕਰ ਲੈਂਦੇ ਨੇ। ਰਾਈਟ। ਸੋ ਇਹਦੇ ਵਿੱਚ ਹੁਣ ਆਪਾਂ ਆਯੁਰਵੇਦ ਦਾ ਐਸਪੈਕਟ ਦੇਖਣਾ ਹੈਗਾ ਵੀ ਜਿਹੜਾ ਆਯੁਰਵੇਦ ਹੈ ਉਹਦੇ ਨਾਲ ਅਸੀਂ ਕਿਵੇਂ ਇਹਨੂੰ ਠੀਕ ਕਰ ਸਕਦੇ ਹਾਂ ਜੀ। ਦੇਖੋ, ਮੈਂ ਤਾਂ ਪਹਿਲਾਂ ਹਮੇਸ਼ਾ ਦੱਸਦਾ ਹੁੰਦਾ ਵੀ ਘਰੇ ਤੁਸੀਂ ਜੋ ਚੀਜ਼ਾਂ ਨਾਲ ਠੀਕ ਕਰ ਸਕਦੇ ਹੋ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਥੋੜ੍ਹਾ ਜਿਹੜਾ ਰਿਚ ਡਾਈਟ ਹੈ, ਕਾਰਬੋਹਾਈਡਰੇਟਸ ਨੇਗੇ, ਮਿਲਕ ਹੈ, ਇਹ ਸਾਰੇ ਤੁਹਾਨੂੰ ਨੀਂਦ ਲਿਆਉਣ ਵਾਸਤੇ ਨੇ। ਜੇ ਤੁਸੀਂ ਠੀਕ ਟਾਈਮ 'ਤੇ ਸੂਰਜ ਅਸਤ ਹੋਣ ਤੋਂ ਪਹਿਲਾਂ ਆਪਦਾ ਡਿਨਰ ਕਰ ਲੈਂਦੇ ਹੋ, ਔਰ ਉਸ ਤੋਂ ਬਾਅਦ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਦਾ ਪਾ ਕੇ ਗਰਮ ਦੁੱਧ ਦਾ ਪੀ ਲੈਂਦੇ ਹੋ, ਉਹ ਸੈਡੇਟਿਵ ਹੈ, ਤੁਹਾਨੂੰ ਬਹੁਤ ਵਧੀਆ ਨੀਂਦ ਆਏਗੀ ਜੀ। ਕਿਸੇ ਨੂੰ ਕਿਸੇ ਕਾਰਨ ਕਰਕੇ ਮੰਨ ਲਓ ਇਨਸੋਮਨੀਆ ਸ਼ੁਰੂ ਹੋ ਗਿਆ, ਅੱਧਾ ਚਮਚ ਅਜਵਾਇਣ, ਖੋਰਾਸਾਨੀ ਅਜਵਾਇਣ ਦਾ, ਉਸੇ ਦੁੱਧ ਨਾਲ ਜਾਂ ਗਰਮ ਪਾਣੀ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਕੇ ਸੌਂ ਜਾਓ। ਅੱਛਾ, ਤੁਹਾਨੂੰ ਬਹੁਤ ਵਧੀਆ ਉਹ ਸੈਡੇਟਿਵ ਹੁੰਦੀ ਹੈ ਜਿਹੜੀ ਅਜਵਾਇਣ ਹੁੰਦੀ ਹੈ। ਔਰ ਫਿਰ ਇਸ ਤਰ੍ਹਾਂ ਹੀ ਨਾ ਜੀ ਬਹੁਤ ਸਾਰੀਆਂ ਹਰਬਸ ਨੇਗੀਆਂ, ਬੱਚ ਹੈ, ਬ੍ਰਹਮੀ ਹੈ, ਈਵਨ ਅਸਗੰਧ ਜਿਹੜੀ ਕਿ ਨਰਵਾਈਨ ਟੋਨਿਕ ਹੈ, ਉਹ ਵੀ ਬਾਡੀ ਨੂੰ ਰਿਲੈਕਸ ਕਰਦੀ ਹੈ, ਤਾਂ ਹੀ ਨਰਵਸ ਸਿਸਟਮ ਵਿੱਚ ਤਾਕਤ ਆਉਂਦੀ ਹੈ ਜੀ। ਇਹ ਚੀਜ਼ਾਂ ਹੁਣ
ਆਪਾਂ ਨੂੰ ਕਈ ਵਾਰ ਦੇਖੋ ਅਜਮੈਣ ਆਰਾਮ ਨਾਲ ਮਿਲ ਜਾਂਦੀ ਹੈ, ਲੇਕਿਨ ਸ਼ੇਖਰ ਜੀ ਬੜੀ ਕਮਾਲ ਦੀ ਗੱਲ ਹੈ। ਆਪਾਂ ਦੇਖੋ ਪਹਿਲਾਂ ਵੀ ਇਹਨਾਂ ਚੀਜ਼ਾਂ ਬਾਰੇ ਆਪਣੇ ਟੀਵੀ ਦੇ ਉੱਪਰ ਦੱਸਦੇ ਹਾਂ, ਤਾਂ ਲੋਕਾਂ ਦੀ ਇਨਕੁਆਇਰੀ ਇਹ ਵੀ ਆਉਂਦੀ ਹੈ ਜੀ ਅਜਮੈਣ ਕਿਹੜੀ ਜੀ, ਕਿਵੇਂ ਹੁੰਦੀ ਹੈ ਜੀ, ਕਹੀ ਜੀ ਹੁੰਦੀ ਹੈ ਜੀ, ਹੈ ਨਾ ਜੀ। ਅਤੇ ਚਲੋ ਲੇਕਿਨ ਅਸੀਂ ਉਹਨਾਂ ਦੀ ਸੁਵਿਧਾ ਵਾਸਤੇ, ਤਾਂ ਕਿ ਉਹਨਾਂ ਨੂੰ ਇਹ ਨਾ ਲੱਭਣਾ ਪਵੇ ਬ੍ਰਹਮੀ ਕੀ ਹੁੰਦੀ ਹੈ, ਅਸਗੰਧ ਕੀ ਹੁੰਦੀ ਹੈ, ਅਸੀਂ ਨਾ ਜੀ ਆਯੁਰਵੇਦ ਦੇ ਵਿੱਚ ਬਹੁਤ ਅੱਛੀਆਂ ਮੈਡੀਸਨ ਬਣਾਈਆਂ ਨੇਗੀਆਂ ਜੀ, ਜਿਹੜੀਆਂ ਕਿ ਨਾ ਜੀ ਬਹੁਤ ਇਫੈਕਟਿਵ ਨੇਗੀਆਂ। ਇਹ ਹੁਣ ਬ੍ਰਹਮੀ ਹੈ, ਇਹ ਸਿੰਗਲ ਹਰਬ ਹੈ। ਠੀਕ ਹੈ। ਬ੍ਰਹਮੀ ਕੌਣ ਨਹੀਂ ਜਾਣਦਾ ਬ੍ਰਹਮੀ ਨੂੰ, ਲੇਕਿਨ ਅਸੀਂ ਇਹਨਾਂ ਨੂੰ ਐਕਸਟ੍ਰੈਕਟ ਬੇਸ 'ਤੇ ਕੈਪਸੂਲ ਬਣਾਏ ਨੇਗੇ ਤਾਂ ਕਿ ਲੋਕਾਂ ਨੂੰ ਲੈਣੇ ਵੀ ਆਸਾਨ ਹੋਣ ਜੀ। ਇਹ ਬ੍ਰੇਨ ਟੋਨਿਕ ਹੈ, ਇਹ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਹੈ ਜਾਂ ਕੋਈ ਇਸ ਤਰ੍ਹਾਂ ਦੀ ਹਰਬ ਨਹੀਂ ਹੈ ਕਿ ਲੋਕਾਂ ਨੂੰ ਇਹਦੀ ਆਦਤ ਪੈ ਜਾਏਗੀ। ਔਰ ਤੁਸੀਂ ਦੇਖੋ ਅਸੀਂ ਨਾ ਜੀ ਜਿਸ ਤਰ੍ਹਾਂ ਦੀ ਅੱਜ ਕੱਲ੍ਹ ਡਿਮਾਂਡ ਹੈ ਸ਼ੇਖਰ ਜੀ, ਉਸ ਤਰ੍ਹਾਂ ਦੀ ਇਹਦੀ ਪੈਕਿੰਗ, ਉਸ ਤਰ੍ਹਾਂ ਦੀ ਇਹਦੀ, ਤਾਂ ਕਿ ਲੋਕ ਆਰਾਮ ਨਾਲ ਇਹਨੂੰ ਖਰੀਦ ਵੀ ਸਕਣ। ਔਰ drveggie.com ਅਸੀਂ ਨਵੀਂ ਜਿਹੜੀ ਹੈ ਆਪਣੀ ਇੱਕ ਇਸੇ ਵਾਸਤੇ ਸ਼ੋਪੀ ਜਿਹੜੀ ਵੈਬਸਾਈਟ ਬਣਾਈ ਹੈ। ਤੁਸੀਂ drveggie.com 'ਤੇ ਜਾ ਕੇ ਆਰਾਮ ਨਾਲ ਜਿਹੜਾ ਵੀ ਪ੍ਰੋਡਕਟ ਤੁਸੀਂ ਲੈਣਾ ਚਾਹੋ, ਇਕੱਲਾ ਇਨਸੋਮਨੀਆ ਦੇ ਨਹੀਂ, ਤਾਕਤ ਦਾ, ਬੈਕਏਕ ਦਾ, ਜਾਂ ਤੁਹਾਨੂੰ ਕੋਈ ਹੋਰ ਵੀ ਪ੍ਰੋਬਲਮ ਨੇਗੀਆਂ, ਜਿੰਨੀਆਂ ਵੀ ਪਿਓਰ ਆਯੁਰਵੇਦ ਦੀਆਂ ਮੈਡੀਸਨ ਨੇਗੀਆਂ, ਉਹ ਅਸੀਂ ਉਹ 'ਤੇ ਬਣਾ ਕੇ ਪਾਈਆਂ ਹੋਈਆਂ ਨੇ। ਤੁਸੀਂ ਘਰੇ ਬੈਠ ਕੇ ਇਹਨਾਂ ਦਵਾਈਆਂ ਨੂੰ ਆਰਾਮ ਨਾਲ ਹਰਬਸ ਨੂੰ ਖਰੀਦ ਸਕਦੇ ਹੋਗੇ। ਹੁਣ ਇਹ ਕਿੰਨੀ ਅੱਛੀ ਸੁਵਿਧਾ ਜਿਹੜੀ ਹੈ। ਅੱਗੇ ਦੇਖੋ ਮੈਂ ਥੋੜ੍ਹੇ ਸਾਲ ਪਹਿਲਾਂ ਦੇਖਦਾ ਸੀ ਕਿ ਜੀ ਆਯੁਰਵੇਦ ਤਾਂ ਜੀ ਕੋਈ ਸਾਇੰਟੀਫਿਕ ਸਾਇੰਸ ਨਹੀਂ ਹੈ। ਅੱਜ ਲੋਕ, ਅੱਜ ਜਿਹੜੇ ਬਹੁਤ ਮਾਡਰਨ ਨਾਲ ਸਾਇੰਸ ਨਾਲ ਜੁੜੇ ਹੋਏ ਲੋਕ ਕਹਿੰਦੇ ਨੇ ਵੀ ਨਹੀਂ, ਇਹ ਅੱਜ ਦੇ ਯੁੱਗ ਵਿੱਚ ਵੀ ਔਰ ਉਦੋਂ ਦੇ ਯੁੱਗ ਵਿੱਚ ਵੀ ਜਿੰਨੀ ਸਾਇੰਟੀਫਿਕ ਇਹ ਸਾਇੰਸ ਸੀ ਉਹਨੂੰ ਅੱਜ ਤੱਕ ਕੋਈ ਕੰਪਲੀਟ ਨਹੀਂ ਕਰ ਸਕਿਆ ਜੀ। ਇਹ ਬ੍ਰਹਮੀ, ਪਹਿਲਾਂ ਜੀ ਬ੍ਰਹਮੀ ਕਿੱਥੋਂ ਲਿਆਵਾਂਗੇ ਜੀ, ਕਿਵੇਂ ਉਹਦਾ ਪਾਊਡਰ ਬਣਾਵਾਂਗੇ ਜੀ, ਫਿਰ ਅਸੀਂ ਜ਼ਿਆਦਾ ਖਾ ਜਾਈਏ ਘੱਟ ਨਾ ਖਾ ਜਾਈਏ, ਅਸੀਂ ਉਹਦੇ ਸਭ ਦੀ ਸੁਵਿਧਾ ਵਾਸਤੇ ਅਸੀਂ ਬ੍ਰਹਮੀ ਕੈਪਸੂਲ ਐਕਸਟ੍ਰੈਕਟ ਬੇਸ 'ਤੇ ਬਣਾਇਆ। ਸੋ ਹੁਣ ਇਹ ਉਹ ਬਹੁਤ ਸਿੰਪਲ ਹੋ ਗਿਆ ਕਿ ਤੁਸੀਂ ਇਸ ਨੂੰ ਡਾਕਟਰ ਵੈਜੀ ਵੈਬਸਾਈਟ ਤੋਂ ਜਿਹੜਾ ਆਰਡਰ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਕੈਪਸੂਲ ਡੇਲੀ ਦਾ ਸਵੇਰੇ ਸ਼ਾਮ ਨੂੰ। ਦੇਖੋ ਜੀ ਇਹ ਬ੍ਰੇਨ ਟੋਨਿਕਸ ਨੇ, ਨਰਵਸ ਸਿਸਟਮ ਟੋਨ ਅਪ ਕਰਦੇ ਨੇਗੇ, ਇਹ ਉਹਦੇ ਵਾਸਤੇ ਨੇਗੇ ਕਿ ਤੁਸੀਂ ਇਹਨੂੰ ਆਰਾਮ ਨਾਲ, ਜਿਹੜੀ ਤੁਹਾਨੂੰ ਇਨਸੋਮਨੀਆ ਸ਼ੁਰੂ ਹੋਏਗਾ ਉਹ ਤੁਸੀਂ ਹੁਣ ਦੇਖੋ ਇਹਦੇ ਨਾਲ ਮੈਂ ਕਈ ਵਾਰ ਦੱਸਦਾ ਹੁੰਦਾ, ਸ਼ਾਇਦ ਉਹਦਾ ਵੀ ਅਸੀਂ ਅਲਟਰਨੇਟਿਵ ਜਲਦੀ ਲੱਭ ਕੇ ਪਾਵਾਂਗੇ। ਮੈਂ ਕਹਿੰਦਾ ਵੀ ਇਹਦੇ ਨਾਲ ਨਾ ਜੀ ਰਾਤ ਨੂੰ ਤੁਸੀਂ ਦੋਨੋਂ ਪੁੜਪੜੀਆਂ ਜਿਹੜੀਆਂ ਸਾਡੀਆਂ ਨੇ ਉਹਦੇ ਵਿੱਚ ਬਦਾਮ ਰੋਗਨ ਦੀ ਮਾਲਿਸ਼ ਕਰਕੇ ਸੌਂ। ਸਾਡੇ ਇੱਥੇ ਦੋਨੋਂ ਸਾਈਡ 'ਤੇ ਪਿਚੂਟਰੀ ਗਲੈਂਡ ਹੁੰਦਾ। ਅੱਛਾ, ਜਦੋਂ ਅਸੀਂ ਉਹਨੂੰ ਸਹਿਲਾਉਂਦੇ ਹਾਂ ਨਾ, ਹਲਕੀ ਮਾਲਿਸ਼ ਕਰਦੇ ਹਾਂ, ਉਹ ਐਕਟਿਵ ਹੋ ਜਾਂਦਾ। ਉਹਦੇ ਨਾਲ ਵੀ ਸਾਨੂੰ ਨੀਂਦ ਆਉਂਦੀ ਹੈ। ਔਰ ਫਿਰ ਬਦਾਮ ਰੋਗ ਦੀ ਸਿਰ 'ਚ ਅੱਛੀ ਤਰ੍ਹਾਂ ਮਾਲਿਸ਼ ਕਰਕੇ ਸੌਣਾ, ਫਰੈਸ਼ਨੈਸ ਆ ਜਾਂਦੀ ਹੈ। ਥੋਟਸ ਜਿਹੜੇ ਨੈਗੇਟਿਵ ਥੋਟਸ ਹੁੰਦੇ ਨੇ ਉਹ ਠੀਕ ਹੋਣੇ ਸ਼ੁਰੂ। ਹੁਣ ਨੈਗੇਟਿਵ ਥੋਟਸ ਤੋਂ ਮੇਰੇ ਯਾਦ ਆ ਗਿਆ, ਇਹ ਮਨ ਮਿੱਤਰਾ ਸਾਡੀ ਬਹੁਤ ਅੱਛੀ ਮੈਡੀਸਨ ਹੈ। ਅੱਛਾ ਜੀ। ਇਹਦੇ ਜਿਹੜੇ ਇਨਗਰੀਡੀਐਂਟਸ ਨੇ ਉਹ ਸਾਰੇ ਟੈਸਟਡ ਨੇ। ਅੱਛਾ, ਇਹ 'ਚ ਅਜਮੈਣ ਵੀ ਹੈ, ਬਚ ਵੀ ਹੈ, ਬ੍ਰਹਮੀ ਵੀ ਹੈ। ਇਹ ਕੀ ਹੈ, ਇਹ ਸਾਡਾ ਜਿੰਨੇ ਮਰਜ਼ੀ ਨੈਗੇਟਿਵਿਟੀ, ਜਿੰਨੇ ਮਰਜ਼ੀ ਬੰਦਾ ਥੱਕਿਆ ਹੋਵੇ, ਇਹ ਬ੍ਰੇਨ ਟੋਨਿਕ ਹੈ। ਇਹਦੀ ਕੋਈ ਆਦਤ ਨਹੀਂ ਪੈਂਦੀ। ਸਭ ਤੋਂ ਵੱਡੀ ਗੱਲ ਇਹ ਹੈ। ਅੱਛਾ, ਇਹ ਉਹ ਅਸੀਂ ਮੈਡੀਸਨ ਬਣਾਈਆਂ ਨੇਗੀਆਂ। ਇਹ ਵੀ ਦੇਖੋ ਸਿੰਪਲ ਲੈਣੀ, ਇੱਕ ਕੈਪਸੂਲ ਸਵੇਰੇ ਸ਼ਾਮ ਨੂੰ। drveggie.com 'ਤੇ ਜਾਓ, ਬਹੁਤ ਸਿੰਪਲ ਹੈ। ਉਹਦੇ ਸਾਰੇ ਪ੍ਰੋਡਕਟ ਦੀ ਲਿਸਟ ਨੂੰ ਦੇਖੋ, ਜਿਹੜਾ ਪ੍ਰੋਡਕਟ ਤੁਹਾਨੂੰ ਚਾਹੀਦਾ ਹੈਗਾ। ਅੱਛਾ, ਉਹ ਦੇਖੋ ਤੁਸੀਂ, ਅਸੀਂ ਹੋਰ ਕਿੰਨੀ ਖੂਬਸੂਰਤ ਗੱਲ ਕਰੀ ਹੈ। ਬੜੀ ਮਿਹਨਤ ਲੱਗਦੀ ਹੈ ਇਸ ਨੂੰ ਸ਼ੇਖਰ ਜੀ। ਬਿਲਕੁਲ, ਪਰਮਾਤਮਾ ਦੀ ਕਿਰਪਾ ਨਾਲ ਮੇਰੇ ਦੋਨੋਂ ਬੱਚੇ ਵੈਦਿਕ ਕਰਨਵੀਰ ਸਿੰਘ ਵੀ ਔਰ ਡਾਕਟਰ ਰੂਪਮ ਸਿੰਘ ਵੀ, ਇਹ MD ਨੇ, ਪੋਸਟ ਗ੍ਰੈਜੂਏਟ ਹੈ। ਅੱਛਾ ਜੀ। ਔਰ ਲੇਟੈਸਟ ਟੈਕਨੋਲੋਜੀ ਨਾਲ ਜੁੜੇ ਹੋਏ ਨੇ, ਬਹੁਤ ਮਿਹਨਤ ਕਰਦੇ ਨੇ। ਇਹ ਐਵੇਂ ਨਹੀਂ ਬਣ ਜਾਂਦੀਆਂ। ਇਹਨਾਂ ਦੇ ਇਨਗਰੀਡੀਐਂਟਸ ਪਾਸ ਕਰਾਉਣੇ, ਰਿਸਰਚ ਕਰਨੀ, ਫਿਰ ਸਾਡੀ ਵੈਬਸਾਈਟ 'ਤੇ ਜੇ ਤੁਸੀਂ ਮੰਨ ਲਓ ਮਨ ਮਿੱਤਰਾ ਸਰਚ ਕਰ ਰਹੇ ਹੋ, ਉਹ ਪਹਿਲਾਂ ਪੜ੍ਹੋ, ਉਹ ਵੀ ਉੱਥੇ ਪਾਇਆ ਹੋਇਆ, ਪੂਰੀ ਜਾਣਕਾਰੀ ਦਿੱਤੀ ਹੋਈ ਹੈ ਵੀ ਇਹਦੇ ਵਿੱਚ ਕੀ ਹੈ, ਕਾਹਦੇ ਲਈ ਹੈ, ਇਹਦੀ ਕੋਈ ਸਾਈਡ ਇਫੈਕਟ ਹੈ ਕਿ ਨਹੀਂ ਹੈ, ਇਹਦੀ ਕੋਈ ਆਦਤ ਨਹੀਂ ਪੈਂਦੀ। ਔਰ ਬਹੁਤ ਸਿੰਪਲ ਜੀ ਇਹਨਾਂ ਦੇ ਰੇਟਸ ਰੱਖੇ ਹੋਏ ਨੇ। ਸੋ ਇਹ ਮਨ ਮਿੱਤਰਾ ਹੋਇਆ, ਬ੍ਰਹਮੀ ਹੋਇਆ, ਅਸਗੰਧ ਹੋਇਆ, ਇਹ ਤੁਸੀਂ ਸਾਡੀ ਉਸ ਸਾਈਟ 'ਤੇ ਜਾ ਕੇ ਇਹ ਚੀਜ਼ਾਂ ਨਾਲ ਤੁਸੀਂ ਇਹਨੂੰ ਜਿਹੜੀ ਹੈ ਇਨਸੋਮਨੀਆ ਨੂੰ ਬਹੁਤ ਆਰਾਮ ਨਾਲ ਸੋਲਵ ਕਰ ਸਕਦੇ ਹੋ। ਹਾਂ, ਹੁਣ ਤੁਸੀਂ ਨਾ ਇੱਕ ਗੱਲ ਸਟਾਰਟਿੰਗ 'ਚ ਕਹੀ ਸੀ, ਪੰਚਕਰਮਾ ਦਾ ਕੀ ਰੋਲ? ਮੈਂ ਉਹੀ ਪੁੱਛਿਆ, ਮੈਨੂੰ ਪਤਾ ਹੈ ਕਿ ਮੈਡੀਸਿਨਸ ਤੇ ਹੋ ਗਈਆਂ, ਆਯੁਰਵੈਦਿਕ ਮੈਡੀਸਿਨਸ ਦੇ ਨਾਲ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ, ਪੰਚਕਰਮਾ ਦਾ ਕੀ ਰੋਲ ਹੈ ਇਹਦੇ ਵਿੱਚ? ਦੇਖੋ, ਪੰਚਕਰਮਾ ਇੱਕ ਇਸ ਤਰ੍ਹਾਂ ਦੀ ਸਾਇੰਸ ਜਾਂ ਇਸ ਤਰ੍ਹਾਂ ਦੀ ਵਿਧੀ ਹੈ, ਮੈਂ ਇਹ ਕਹਿ ਸਕਦਾ ਵੀ ਜੇ ਕਿਤੇ ਕਿਸੇ ਚੀਜ਼ ਦਾ ਕੋਈ ਇਲਾਜ ਨਹੀਂ ਲੱਭ ਰਿਹਾ ਨਾ ਜੀ, ਤਾਂ ਜਦੋਂ ਅਸੀਂ ਪੰਚਕਰਮ ਰਾਹੀਂ ਬਾਡੀ ਨੂੰ ਡੀਟੌਕਸ ਕਰ ਦਿੰਦੇ ਹਾਂ, ਡੀਟੌਕਸੀਫਿਕੇਸ਼ਨ ਇਹ ਪੰਚਕਰਮਾ ਹੈ, ਤਾਂ ਉਹਦੇ ਨਾਲ ਅੱਧੇ ਰੋਗ ਤੁਹਾਡੇ ਵੈਸੇ ਹੀ ਠੀਕ ਹੋ ਜਾਂਦੇ ਨੇ। ਅੱਛਾ,
ਸਾਰੇ ਰੋਗ ਕਿੱਥੇ ਖੜੇ ਨੇ। ਦੇ ਵਿੱਚ ਵੀ ਹਾਂ ਮੈਂ ਦੱਸ ਰਿਹਾ ਜੀ ਕਿ ਸਾਡੀ ਵਿਧੀ ਕਿੱਥੇ ਖੜੀ ਹੈ, ਇਮਿਊਨਿਟੀ, ਬਾਡੀ ਦੀ ਰੈਜ਼ਿਸਟੈਂਸ। ਹੁਣ ਇਨਸੋਮਨੀਆ ਦੇ ਵਿੱਚ ਸ਼ਿਰੋਧਾਰਾ ਔਰ ਨਸਿਅਮ ਦਾ ਬਹੁਤ ਵੱਡਾ ਰੋਲ ਹੈ। ਠੀਕ ਹੈ। ਕਿਵੇਂ? ਜਦੋਂ ਅਸੀਂ ਇਸ ਸਾਡੇ ਜਿਹੜਾ ਸੈਂਟਰਲਾਈਜ਼ ਬਾਡੀ ਦਾ ਪਾਰਟ ਹੈਗਾ, ਜਿਹਨੂੰ ਅਸੀਂ ਫੋਰਹੈਡ ਕਹਿ ਦਿੰਦੇ ਹਾਂ, ਜਦੋਂ ਧਾਰਾਂ ਨਾਲ ਸਿੱਧ ਤੇਲ ਲਾਈਕ ਬ੍ਰਹਮੀ ਨਿਰਗੁੰਡੀ ਅਸੀਂ ਪਾਉਂਦੇ ਹਾਂ, ਉਹਦੇ ਨਾਲ ਸਬ ਕੌਂਸ਼ੀਅਸ ਮਾਈਂਡ ਕਲੀਅਰ ਹੁੰਦਾ। ਅੱਛਾ। ਜਿਹੜਾ ਲੋਕ ਕਹਿੰਦੇ ਨੇ ਜੀ ਕਿ ਮੇਰੇ ਮਨ ਦੇ ਵਿੱਚ ਤਾਂ ਪਤਾ ਨਹੀਂ ਕੀ ਵੇਰੀਏਸ਼ਨ ਚੱਲਦੀ ਰਹਿੰਦੀਆਂ ਨੇ, ਸੁਪਨੇ ਆਉਂਦੇ ਰਹਿੰਦੇ ਨੇ, ਹੈ ਜੀ ਮੈਨੂੰ ਨੀਂਦ ਨਹੀਂ ਆਉਂਦੀ। ਹਾਂ, ਇਹ ਮੈਂ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਕਈਆਂ ਨੂੰ ਇਹ ਹੁੰਦਾ ਕਿ ਨੀਂਦ ਆ ਜਾਂਦੀ ਹੈ ਪਰ ਸੁਪਨੇ ਬਹੁਤ ਆਉਂਦੇ ਰਹਿੰਦੇ ਨੇ, ਇਸ ਕਰਕੇ ਉਹ ਜਦੋਂ ਉੱਠਦੇ ਨੇ ਤਾਂ ਫਰੈਸ਼ ਫੀਲ ਨਹੀਂ ਕਰਦੇ। ਸ਼ੇਖਰ ਜੀ ਜਿਹੜੇ ਕਹਿੰਦੇ ਵੀ 6 ਮਹੀਨੇ ਤੁਸੀਂ ਸੁੱਤੇ ਨਹੀਂ, ਉਹ 2 ਸਿਟਿੰਗ ਲੈ ਕੇ ਸ਼ਿਰੋਧਾਰਾ ਦੀ, ਉਹ ਇਹ ਕਹਿੰਦੇ ਵੀ ਡਾਕਟਰ ਸਾਹਿਬ ਸਾਡਾ ਤਾਂ ਕਪਾਟ ਖੁੱਲ੍ਹ ਗਏ। ਅੱਛਾ। ਵੀ ਇਸ ਤਰ੍ਹਾਂ ਦੇ ਜਿਹੜੇ ਨਾ ਉਹੀ ਵੇਰੀਏਸ਼ਨ ਚੱਲਦੀਆਂ ਰਹਿੰਦੀਆਂ ਸੀਗੀਆਂ, ਉਹ ਅਸੀਂ ਬਹੁਤ ਨੀਅਰ ਟੂ ਨਾਰਮਲ ਪਹੁੰਚ ਗਏ। ਔਰ ਇੱਕ ਇਹਦੇ ਵਿੱਚ ਮੈਂ ਜੀ ਹੋਰ ਜਿਹੜਾ ਸਾਡਾ ਪੰਚਕਰਮਾਂ ਦਾ ਰੋਲ ਹੈ, ਉਹ ਹੈ ਨਸਿਅਮ ਕਰਮ। ਓਕੇ। ਹਾਲਾਂਕਿ ਨਸਿਅਮ ਕਫ ਨੂੰ ਡਾਇਲੂਟ ਕਰਨ ਵਾਸਤੇ ਹੁੰਦਾ। ਅਸੀਂ ਨੋਸਟਲ ਦੇ ਰਾਹੀਂ ਤੇਲ, ਸਟੀਮ, ਇਸ ਤਰ੍ਹਾਂ ਦਾ ਜਿਹੜੀ ਮੈਡੀਸਨ ਦਾ ਸਟੀਮ ਦਿੰਦੇ ਆਂਗੇ, ਜਿਹਦੇ ਸਾਡੇ ਮਾਈਕਰੋ ਚੈਨਲਸ ਖੁੱਲ੍ਹਦੇ ਨੇ। ਓਕੇ। ਕਈਆਂ ਨੂੰ ਨਾ ਜੀ ਜਿਹੜੇ ਸਾਡੇ ਮਾਈਕਰੋ ਚੈਨਲ ਵਿੱਚ ਕਫ ਜਮ੍ਹਾਂ ਹੋ ਜਾਵੇ, ਜ਼ਿਆਦਾ ਲੰਬਾ ਟਾਈਮ ਛਿੱਕਾਂ, ਜ਼ੁਕਾਮ, ਖਾਂਸੀ, ਰੋਨਾਈਟਸ ਜਿਹਨੂੰ ਉਹ ਰਹਿੰਦਾ ਹੈਗਾ ਜੀ, ਤਾਂ ਵੀ ਨੀਂਦ ਨਹੀਂ ਆਉਂਦੀ। ਕਿਉਂ? ਜਦੋਂ ਸੌਂਦੇ ਨੇਗੇ ਤਾਂ ਕਫ ਦੀ ਵੇਰੀਏਸ਼ਨ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ, ਤਾਂ ਕੁਛ ਦੇਰ ਬਾਅਦ ਉਹਨਾਂ ਨੂੰ ਘੰਟੇ 2 ਘੰਟੇ ਦੇ ਵਿੱਚ ਜਿਹੜਾ ਹੈ ਉਹ ਨੀਂਦ ਖੁੱਲ੍ਹ ਜਾਂਦੀ ਹੈ। ਉਹਦੇ ਵਿੱਚ ਅਸੀਂ ਜਦੋਂ ਨਾਲ ਨਸਿਅਮ ਦਿੰਦੇ ਹਾਂ, ਸ਼ਿਰੋਧਾਰਾ ਕਰਦੇ ਹਾਂ, ਇਹ ਇੱਕ ਟਰੀਟਮੈਂਟ ਨੇ, ਇਹ ਕੋਈ ਮੈਨੇਜਮੈਂਟ ਨਹੀਂ ਹੈ ਵੀ ਕੋਈ ਪਿਲਸ ਖਵਾਤੀ, ਕੋਈ ਹੋਰ ਦਵਾਈ ਖਵਾਤੀ ਮਹੀਨੇ 2 ਮਹੀਨੇ ਬਾਅਦ, ਕਿਉਂਕਿ ਇਹ ਲਾਈਫ ਸਟਾਈਲ ਡਿਸਆਰਡਰਸ ਨੂੰ ਅਸੀਂ ਕਿਉਰ ਕਰਦੇ ਹਾਂ। ਮਤਲਬ ਇਹ ਸਿਰਫ ਉੱਪਰੋਂ ਮੈਨੇਜ ਨਹੀਂ ਹੋ ਰਿਹਾ ਕਿ ਤੁਸੀਂ ਇੱਕ ਟੈਬਲੇਟ ਲੈ ਲਓਗੇ ਤੇ ਉਹਦੇ ਨਾਲ ਸਿਰਫ ਟੈਂਪਰੇਰੀ ਸੋਲੂਸ਼ਨ ਲੈ ਲਓਗੇ, ਕਿ ਪ੍ਰੋਪਰ ਟਰੀਟਮੈਂਟ ਹੈ। ਯੈਸ, ਦੇਖੋ ਇਹ ਮਾਈਕਰੋ ਚੈਨਲ ਖੁੱਲ੍ਹਣੇ, ਸ਼ਿਰੋਧਾਰਾ ਦੇ ਨਾਲ ਸਬ ਕੌਂਸ਼ੀਅਸ ਮਾਈਂਡ ਕਲੀਅਰ ਹੋਣਾ। ਜਿਵੇਂ ਜੀ ਕੰਪਿਊਟਰ ਦੀ ਹਾਰਡ ਡਿਸਕ ਹੈ, ਇੱਕ ਲੈਵਲ 'ਤੇ ਜਾ ਕੇ ਭਰ ਜਾਂਦੀ ਹੈ, ਜਦੋਂ ਹਾਰਡ ਡਿਸਕ ਨੂੰ ਆਪਾਂ ਕਲੀਅਰ ਕਰ ਦਿੰਦੇ ਹਾਂ, ਉਹ ਦੁਬਾਰਾ ਪ੍ਰੀਜ਼ਰਵ ਕਰਨ ਵਾਸਤੇ ਤਿਆਰ ਹੋ ਜਾਂਦੀ ਹੈ। ਸੇਮ ਸਾਡਾ ਮਾਈਂਡ ਹੈ, ਸਾਡਾ ਬ੍ਰੇਨ ਹੈ, ਐਕਟੀਵਿਟੀ ਚੱਲਦੀਆਂ ਰਹਿੰਦੀਆਂ, ਦੁੱਖ ਸੁੱਖ ਪਾਰਟ ਨੇ ਸਾਡੀ ਬਾਡੀ ਦੇ, ਸਾਡੀ ਜੀਵਨ ਦੇ ਪਾਰਟ ਨੇਗੇ। ਭੱਜ ਨੱਠ ਮਿਹਨਤ ਕਰਨਾ ਸਾਡੀ ਬਾਡੀ ਦੇ ਲਾਈਫ ਸਟਾਈਲ ਹੈਗਾ ਇਹ। ਲੇਕਿਨ ਇਹਨਾਂ ਨੂੰ ਅਗਰ ਮੈਨੇਜ ਕਰਕੇ, ਇਹਨਾਂ ਨੂੰ ਅਗਰ ਅਸੀਂ ਕਿਉਰ ਕਰ ਲਈਏ, ਜਾਂ ਜਿਹੜੀਆਂ ਫਾਲਤੂ ਚੀਜ਼ਾਂ ਮਾਈਂਡ 'ਚ ਜਮ੍ਹਾਂ ਹੁੰਦੀਆਂ ਨੇ, ਉਹ ਆਯੁਰਵੇਦ ਹੈ। ਉਹਦੇ ਵਿੱਚ ਪੰਚਕਰਮਾਂ ਦਾ ਬਹੁਤ ਵੱਡਾ ਰੋਲ ਹੈ। ਹੁਣ ਜੇ ਤੁਸੀਂ ਆਪ ਹੀ ਦੇਖੋ, ਜਿਹੜੇ ਵਿਅਕਤੀ ਨੂੰ ਇਨਸੋਮਨੀਆ ਨਹੀਂ ਵੀ ਹੈ ਲੇਕਿਨ ਉਹਦਾ ਕੰਮ ਜ਼ਿਆਦਾ ਡਰਾਈਵਿੰਗ ਦਾ ਹੈ, ਭੱਜ ਨੱਠ ਦਾ ਹੈ, ਕੰਪਿਊਟਰ ਦਾ ਹੈ, ਉਹ 3 ਮਹੀਨੇ ਬਾਅਦ 6 ਮਹੀਨੇ ਬਾਅਦ ਜਿਵੇਂ ਆਪਾਂ ਕਾਰ ਦੀ ਸਰਵਿਸਿੰਗ ਕਰਾਉਂਦੇ ਹਾਂ, ਉਹ ਪੰਚਕਰਮਾਂ ਦੀਆਂ 10 ਤੋਂ 14 ਸਿਟਿੰਗ ਲੈ ਲਵੇ, ਨਸਿਅਮ ਸ਼ਿਰੋਧਾਰਾ ਕਰਵਾ ਲਵੇ, ਔਰ 6 ਮਹੀਨੇ ਬਾਅਦ ਮਹੀਨਾ ਕੁ ਬ੍ਰਹਮੀ ਕੈਪਸੂਲ, ਮਨ ਮਿੱਤਰਾ, ਅਸ਼ਵਗੰਧਾ, ਇਹ ਚੀਜ਼ਾਂ ਇੱਕ ਬ੍ਰੇਨ ਟੋਨਿਕ ਲੈ ਲਵੇ, ਤਾਂ ਆਪਦੇ ਫਰੈਸ਼ ਹੋ ਜਾਏਗਾ। ਸੋ ਇਹਨੂੰ ਇੱਕ ਲਾਈਫ ਸਟਾਈਲ ਬਣਾਉਣਾ ਪੈਂਦਾ ਹੈ, ਮਤਲਬ ਉਸ ਲਾਈਫ ਸਟਾਈਲ ਦੇ ਨਾਲ ਚੱਲੋਗੇ ਤਾਂ ਲਾਈਫ ਸਟਾਈਲ ਡਿਸਆਰਡਰ ਜਿਹੜੇ ਨੇ ਉਹ ਚਲੇ ਜਾਣਗੇ ਆਪਣੇ ਆਪ। ਜੀ ਦੇਖੋ ਹੁਣ ਤੁਸੀਂ ਇਹਦੇ ਪੈਰਲਲ ਲੈ ਲਓ ਜੀ, ਜਿੰਨੇ ਲੋਕ ਨੀਂਦ ਨੂੰ ਲਿਆਉਣ ਵਾਸਤੇ ਦਵਾਈਆਂ ਖਾਂਦੇ ਨੇ, ਉਹ ਸਾਰੀ ਉਮਰ ਲੱਗੇ ਹੁੰਦੇ ਨੇ। ਹਾਂ, ਉਹ ਇੱਕ ਤਰ੍ਹਾਂ ਦਾ ਉੱਦਾਂ ਦਾ ਲਾਈਫ ਸਟਾਈਲ ਬਣਾ, ਸਾਲ 2 ਸਾਲ ਬਾਅਦ ਉਹ ਦਵਾਈਆਂ ਤੋਂ ਇੰਨੇ ਕੁ ਜ਼ਿਆਦਾ ਉਹਨਾਂ ਨੂੰ ਇੰਡਾਈਜੈਸ਼ਨ ਹੋ ਜਾਂਦਾ ਹੈ, ਪੇਟ 'ਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ, ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ, ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਆ ਜਾਂਦੀਆਂ। ਉਹ ਫਿਰ ਉਹ ਦਵਾਈਆਂ 'ਤੇ ਸ਼ੱਕ ਨਹੀਂ ਕਰਦੇ, ਉਹ ਦਵਾਈ ਦੇ ਡੋਜ਼ ਹੋਰ ਵਧਾ ਲੈਂਦੇ ਨੇ, ਲੇਕਿਨ ਇੱਕ ਨਾਲ ਹੋਰ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ। ਇੱਕ ਆਯੁਰਵੇਦ ਹੈ ਜਿਹਦੇ ਵਿੱਚ ਤੁਸੀਂ ਦੇਖੋ, ਇੱਕ ਤੇਲਮ ਤੋਂ ਲੈ ਕੇ ਨੱਕ ਦੇ ਵਿੱਚ ਅਸੀਂ ਅਨੂ ਤੇਲ ਬਹੁਤ ਇਫੈਕਟਿਵ ਹੈਗਾ, ਬਟੀਆਂ, ਕੈਪਸੂਲ, ਲੇਪ, ਹੁਣ ਚੰਦਨ ਦਾ ਲੇਪ ਦੇਖੋ ਤੁਸੀਂ ਜੀ। ਅਸੀਂ ਹੌਲੀ ਹੌਲੀ ਹੋਰ ਚੀਜ਼ਾਂ ਵੀ ਸਾਡੀਆਂ ਤਿਆਰ ਨੇ, ਪਾਈਪਲਾਈਨ 'ਚ ਨੇ, ਇਸ ਤਰ੍ਹਾਂ ਦੇ ਲੇਪ ਵੀ ਹੈਗੇ ਨੇ। ਜਦੋਂ ਅਸੀਂ ਉਹ ਫੋਰਹੈਡ 'ਤੇ ਲਾਈਕ ਚੰਦਨ ਫੋਰਹੈਡ 'ਤੇ ਲਾ ਕੇ ਸੌਂ ਜਾਂਦੇ ਹਾਂ, ਉਹਦੀ ਜਿਹੜੀ ਫਰੈਗਨੈਂਸ ਹੈ ਉਹ ਸਾਨੂੰ ਆਪਦਾ ਇਨਹੇਲ ਹੁੰਦੀ ਰਹਿੰਦੀ ਹੈ, ਸਾਡਾ ਮਾਈਂਡ ਬਿਲਕੁਲ ਫਰੈਸ਼ ਰਹਿੰਦਾ ਹੈਗਾ। ਔਰ ਅੱਜ ਦੇ ਯੁੱਗ ਦੇ ਵਿੱਚ ਸ਼ੇਖਰ ਜੀ, ਜਿਹੜਾ ਬੰਦਾ 7 ਘੰਟੇ ਸਾਊਂਡ ਸਲੀਪ ਲੈ ਲੈਂਦਾ ਨਾ, ਉਹ ਅੱਗੇ 16 ਘੰਟੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦਾ, ਬਹੁਤ ਅੱਛੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਜੀ। ਉਹ 16 ਘੰਟੇ ਕੋਈ ਵੀ ਮੈਂਟਲੀ, ਫਿਜ਼ੀਕਲੀ ਕੋਈ ਵੀ ਕੰਮ ਕਰ ਸਕਦਾ ਹੈ। ਲੇਕਿਨ ਜਿਸ ਬੰਦੇ ਨੂੰ ਕੰਪਲੀਟ ਸਾਊਂਡ ਸਲੀਪ ਨਹੀਂ ਆਉਂਦੀ, ਉਹ ਨੈਕਸਟ ਡੇ ਵੀ ਜਿਹੜਾ ਉਹ ਕੰਮ ਅੱਧੇ ਮਨ ਨਾਲ ਕਰਦਾ। ਮਤਲਬ ਜਿਹੜਾ ਕੋਈ 2.5-3 ਘੰਟੇ 4 ਘੰਟੇ ਹੀ ਸੋਏਗਾ ਤੇ ਉਹਨੇ ਤੇ ਅੱਗੇ ਫਿਰ ਅਗਲੇ ਦਿਨਾਂ ਦੇ ਵਿੱਚ ਵੀਕ ਪੈਣਾ। ਹਾਂਜੀ, ਸੋ ਇਸ ਕਰਕੇ ਵੈਦ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਪੰਚਕਰਮਾਂ ਦੀ, ਤੇ ਜਿਹੜੀਆਂ ਵੀ ਇਹ ਉਹਦੀਆਂ ਵਿਧੀਆਂ ਨੇ,
ਸੋ ਕਿੰਨੀ ਸਿਟਿੰਗਸ ਜਿਹੜੀਆਂ ਇੱਕ ਲੈਣੀ ਪੈਣਗੀਆਂ ਅਗਰ ਕੋਈ ਵਿਅਕਤੀ ਇਨਸੋਮਨੀਆ ਦਾ ਸ਼ਿਕਾਰ ਹੈ? ਦੇਖੋ ਇਹਦੀ ਵਿਧੀ ਹੈ, ਇਹ ਵੈਸੇ 10 to 14 ਬਹੁਤ ਹੈ। ਓਕੇ, ਡਿਪੈਂਡ ਕਰਦਾ ਹੈਗਾ ਪੇਸ਼ੈਂਟ ਕਿਸ ਅਵਸਥਾ ਤੇ ਹੈ। ਕੰਡੀਸ਼ਨ 'ਚ ਹੈ। ਕਈ ਜਿਹੜੇ ਨੇਗੇ ਉਹ 7 ਸਿਟਿੰਗ ਦੇ ਵਿੱਚ ਹੀ ਬਹੁਤ ਠੀਕ ਹੋ ਜਾਂਦੇ ਨੇਗੇ, ਉਹਨਾਂ ਨੂੰ ਐਡਵਾਈਜ਼ ਕਰਦੇ। ਹੁਣ ਦੇਖੋ ਕਈ ਲੋਕ ਸਾਡੇ ਕੋਲ ਬਾਹਰੋਂ ਆਉਂਦੇ ਨੇ ਜੀ ਕੈਨੇਡਾ ਤੋਂ, ਉੱਥੋਂ ਹੀ ਸਲੋਟ ਬੁੱਕ ਕਰਾ ਕੇ ਆਉਂਦੇ ਨੇ, ਜੀ ਤਾਂ ਅਸੀਂ ਉਹਨਾਂ ਨੂੰ ਜਿਹੜਾ ਹੈ 10 ਤੋਂ 12 ਦਿਨ ਦਾ ਐਡਵਾਈਜ਼ ਕਰਦੇ ਹਾਂ। ਕਈ ਲੋਕ ਬੁੱਕ ਕਰਾ ਕੇ ਨਹੀਂ ਆਉਂਦੇ, ਇੱਥੇ ਆਉਂਦੇ ਨੇਗੇ ਜਾਂ ਚੰਡੀਗੜ੍ਹ ਤੋਂ ਦੂਰ ਦੇ ਨੇਗੇ, ਉਹ ਇੱਥੇ ਰਹਿ ਨਹੀਂ ਸਕਦੇ ਲੰਬਾ ਟਾਈਮ, ਉਹਨਾਂ ਨੂੰ ਅਸੀਂ 7 ਡੇਜ਼ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਵੀ ਉਹੀ ਜਿਹੜੀ ਵਿਧੀ ਹੈ ਉਹਨੂੰ ਥੋੜ੍ਹਾ ਜਿਹਾ ਫਾਸਟ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮੈਨੇਜ ਕਰਕੇ ਉਹਨਾਂ ਨੂੰ 7 ਦਿਨ ਦੀ ਉਹ ਦੇ ਸਕੀਏ, ਥੈਰੇਪੀ ਦੇ ਸਕੀਏ। ਹੁਣ ਕਈ ਲੋਕ ਇੱਥੇ ਸਾਡੇ ਕੋਲ ਵੀ ਨਾ ਜੀ ਫਾਜ਼ਿਲਕਾ ਤੋਂ, ਦਿੱਲੀ ਤੋਂ ਆਉਂਦੇ ਨੇਗੇ। ਹੁਣ 15 ਅਗਸਤ 'ਚ ਜਾ ਕੇ ਹਟੀ ਹੈ, ਅਤੇ ਉਹ ਲੋਕਾਂ ਨੂੰ ਜਿਹੜਾ ਸੀਗਾ ਵੀਕਐਂਡ 'ਤੇ 4-5 ਛੁੱਟੀਆਂ ਮਿਲ ਗਈਆਂ, ਅਤੇ ਸਾਨੂੰ ਉਹਨਾਂ ਨੇ ਪਹਿਲਾਂ ਹੀ ਫ਼ੋਨ ਕਰਤੇ। ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਕੋਈ ਟਾਈਮ ਨਹੀਂ ਸੀਗਾ। ਈਵਨ ਅਸੀਂ ਚਾਹੁੰਦੇ ਸੀ ਕਿ 15 ਅਗਸਤ ਨੂੰ ਫੁੱਲ ਡੇ ਛੁੱਟੀ ਕਰੀਏ, ਲੇਕਿਨ ਸਾਨੂੰ ਉਹਨਾਂ ਲੋਕਾਂ ਨੂੰ ਕੋਆਪਰੇਟ ਕਰਨ ਵਾਸਤੇ ਆਪਦੇ ਥੈਰੇਪਿਸਟ ਨੂੰ ਬੁਲਾਉਣਾ ਪਿਆ, ਔਰ ਉਹਨਾਂ ਨੂੰ ਜਿਹੜਾ ਹੈ ਉਹ ਥੈਰੇਪੀ ਦੇਣੀਆਂ ਪਈਆਂ। ਅੱਛਾ, ਸੋ ਬਹੁਤ ਇੱਕ ਅੱਛਾ ਰਿਜ਼ਲਟ ਹੈ। ਜਿਵੇਂ ਤੁਸੀਂ ਦੱਸਿਆ ਕਿ ਮੈਡੀਸਿਨਸ ਤੇ ਜਿਹੜੀਆਂ ਨੇ ਉਹ ਬੁੱਕ ਹੋ ਜਾਂਦੀਆਂ, ਔਨਲਾਈਨ ਤੁਸੀਂ ਆਰਡਰ ਕਰ ਸਕਦੇ ਹੋ। ਸੋ ਕੀ ਕੈਨੇਡਾ ਜੈਸੀ ਕੰਟਰੀ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ ਵਿੱਚ ਵੀ ਉੱਥੋਂ ਸਾਈਟ ਤੋਂ ਆਰਡਰ ਕਰਦੇ ਨੇ ਅਗਰ ਤਾਂ ਡਿਲੀਵਰੀ ਹੈਗੀ ਹੈ? ਸ਼ੇਖਰ ਜੀ ਤੁਹਾਡਾ ਬੜਾ ਅੱਛਾ ਕੁਐਸਚਨ ਹੈ। ਇਹ ਸਾਨੂੰ ਨਾ ਪਹਿਲਾਂ ਬੜੀ ਪ੍ਰੋਬਲਮ ਆਉਂਦੀ ਸੀ, ਲੇਕਿਨ ਹੁਣ ਮੈਂ ਸਾਰੇ ਦਰਸ਼ਕਾਂ ਨੂੰ ਕਹਾਂਗਾ, ਮੈਂ ਤੁਹਾਨੂੰ ਵੀ ਅਪੀਲ ਕਰਾਂਗਾ, ਤੁਸੀਂ drveggie.com ਖੋਲ੍ਹ ਕੇ ਦੇਖਿਓ। ਉਹਦੇ ਵਿੱਚ ਇਹ ਵੀ ਆਪਸ਼ਨ ਆ ਜਾਂਦਾ ਵੀ ਤੁਸੀਂ ਉਸ ਦਵਾਈ ਦਾ ਇੰਡੀਅਨ ਰੁਪੀਜ਼ ਕੀ ਰੇਟ ਹੈ, US ਡਾਲਰ 'ਚ ਕੀ ਰੇਟ ਹੈ, ਕੈਨੇਡੀਅਨ ਡਾਲਰ 'ਚ ਕੀ ਰੇਟ ਹੈ, ਆਸਟ੍ਰੇਲੀਆ 'ਚ ਕੀ ਰੇਟ ਹੈ, ਮਤਲਬ ਕਿ ਡਿਫਰੈਂਟ ਉਹ 'ਚ ਆਪਸ਼ਨ ਆ ਰਹੇ ਨੇ। ਓਕੇ, ਤੁਸੀਂ ਕੈਨੇਡਾ ਬੈਠੇ ਹੋ, ਤੁਸੀਂ ਕੈਨੇਡਾ ਕਰੰਸੀ ਦਾ ਬਟਨ ਦਬਾਓ ਤਾਂ ਉਹਦੇ 'ਚ ਉਹਦਾ ਕੈਨੇਡੀਅਨ ਡਾਲਰ ਦਾ ਕੀ ਰੇਟ ਹੈ, ਠੀਕ ਹੈ, ਤੁਸੀਂ ਉੱਥੇ ਪੇਮੈਂਟ ਕਰੋਗੇ ਤਾਂ ਤੁਹਾਨੂੰ ਉਹ ਉਸ ਵੇਲੇ ਚੰਡੀਗੜ੍ਹ ਸੈਂਟਰ ਦਾ ਮੈਸੇਜ ਆਏਗਾ, ਠੀਕ ਹੈ, ਮੇਲ ਜਾਏਗੀ ਤੁਹਾਨੂੰ ਵੀ ਤੁਹਾਡਾ ਆਰਡਰ ਐਕਸੈਪਟ ਹੋ ਗਿਆ, ਔਰ ਤੁਹਾਨੂੰ ਵਿਦਨ ਫਿਊ ਡੇਜ਼ ਤੁਹਾਡੇ ਕੋਲ ਪਹੁੰਚ ਜਾਏਗਾ। ਓਕੇ, ਇਹ ਸੁਵਿਧਾ ਬਹੁਤ ਜ਼ਰੂਰੀ ਸੀ ਜੀ। ਪਹਿਲਾਂ ਕੀ ਹੁੰਦਾ ਕਿ ਬਹੁਤ ਲੋਕ, ਮੈਂ ਦੇਖਿਆ ਕੰਪਨੀ ਸਾਈਟਾਂ ਤਾਂ ਬਣਾ ਦਿੰਦੇ ਨੇ, ਲੋਕਾਂ ਨੂੰ ਇਹ ਸੁਵਿਧਾ ਨਹੀਂ ਹੁੰਦੀ। ਬਿਲਕੁਲ, ਹੁਣ ਤੁਸੀਂ ਕਦੇ ਖੋਲ੍ਹ ਕੇ ਦੇਖਿਓ drveggie.com, ਉਹਦੇ ਵਿੱਚ ਅਸੀਂ ਹਰੇਕ ਮੈਡੀਸਨ ਨੂੰ ਐਕਸਪਲੇਨ ਵੀ ਕੀਤਾ ਹੋਇਆ, ਹਰੇਕ ਹਰਬਸ ਵਿੱਚ ਕਿਹੜੀਆਂ ਨੇਗੀਆਂ ਉਹਨੂੰ ਵੀ ਐਕਸਪਲੇਨ ਕੀਤਾ ਹੋਏਗਾ, ਔਰ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਕਿੰਨੀ ਦੇਰ ਖਾਣੀ ਹੈ, ਕੀ ਉਹਦਾ ਰਿਜ਼ਲਟ ਹੈਗਾ, ਉਹ ਸਾਰਾ ਉਹਦੇ ਵਿੱਚ ਜਿਹੜਾ ਹੈ ਦਿੱਤਾ ਹੋਇਆ। ਸੋ ਵੈਦ ਸਾਹਿਬ, ਇਸ ਤੋਂ ਇਲਾਵਾ ਜਿਨ੍ਹਾਂ ਨੇ ਤੁਹਾਡੇ ਕੋਲੇ ਪੰਚਕਰਮਾ ਵਿਧੀ ਦੇ ਲਈ ਆਪਣਾ ਸਲੋਟ ਬੁੱਕ ਕਰਨਾ ਹੈ, ਸੋ ਉਹ ਤੁਹਾਨੂੰ ਕਾਲ ਦੇ ਉੱਤੇ ਵੀ ਇਸ ਦੇ ਲਈ ਕਰ ਸਕਦੇ ਨੇ ਸੰਪਰਕ? ਜਿਹੜੇ ਜੀ ਮੇਰੇ ਨੰਬਰ ਦੇਖੋ ਨੀਚੇ ਚੱਲ ਰਹੇ ਨੇਗੇ ਜੀ, ਇਹਦੇ 'ਤੇ ਵੀ ਉਹ ਕੰਟੈਕਟ ਕਰ ਸਕਦੇ ਨੇ, ਨਹੀਂ ਤਾਂ ਸਾਡੀ ਸਾਈਟ 'ਤੇ ਜਾ ਕੇ ਸਾਡੇ ਰਿਸੈਪਸ਼ਨ ਦੇ ਨੰਬਰ ਨੇਗੇ, ਉਹ ਉੱਥੇ ਜਾ ਕੇ ਆਪਦਾ ਜਿਹੜਾ ਹੈ ਨਾਮ, ਪਤਾ, ਕਿੰਨੇ ਦਿਨ ਲਈ ਆਉਣਾ ਚਾਹੁੰਦੇ ਨੇ, ਉਹ ਕਿਸ ਟਾਈਮ ਆਉਣਾ ਚਾਹੁੰਦੇ ਨੇਗੇ, ਉਹਦੇ ਮੁਤਾਬਕ ਆਪਦਾ ਜਿਹੜਾ ਸਲੋਟ ਉਹ ਬੁੱਕ ਕਰਵਾ ਸਕਦੇ ਨੇਗੇ। ਜੀ, ਔਰ ਸਾਡੇ ਕੋਲ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਵੀ ਟੈਨਸ਼ਨ ਨਹੀਂ, ਜੇ ਤੁਹਾਡੇ ਕੋਲ ਤੁਸੀਂ ਟੈਨਸ਼ਨਾਂ ਲੈ ਕੇ ਆਓਗੇ ਨਾ, ਉਹ ਸਭ ਅਸੀਂ ਰਿਲੀਜ਼ ਕਰਕੇ ਭੇਜਾਂਗੇ। ਉਹਦੇ ਨਾਲ ਤੁਸੀਂ ਉਹਦੇ ਨਾਲ ਤੁਹਾਨੂੰ ਇਨਸੋਮਨੀਆ ਨਹੀਂ ਰਹੇਗਾ, ਬਲਕਿ ਤੁਹਾਨੂੰ ਅਸੀਂ ਇਸ ਤਰ੍ਹਾਂ ਦਾ ਅੱਗੇ ਡਾਈਟ ਚਾਰਟ ਵੀ ਦੇਵਾਂਗੇ, ਤੁਹਾਨੂੰ ਲਾਈਫ ਸਟਾਈਲ ਦੇ ਵਾਸਤੇ ਵੀ ਐਜੂਕੇਟ ਕਰਕੇ ਭੇਜਾਂਗੇ ਵੀ ਤੁਸੀਂ ਉਹਦਾ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਰੱਖਣਾ ਜਿਹਦਾ ਕਿ ਇਹ ਦੁਬਾਰਾ ਤੁਹਾਨੂੰ ਪ੍ਰੋਬਲਮ ਨਾ ਹੋਵੇ। ਸੋ ਵੈਦ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ, ਔਰ ਇਨਸੋਮਨੀਆ ਬਾਰੇ ਜਿਹੜੀ ਕਿ ਇੱਕ ਇੱਦਾਂ ਦੀ ਪ੍ਰੋਬਲਮ ਹੈ, ਸਲਾਹਾਂ ਕਹਿੰਦੇ ਨੇ ਬਹੁਤ ਹੁੰਦੀਆਂ ਨੇ, ਪਰ ਕਿਹੜੀ ਕਾਰਗਰ ਹੋਏਗੀ ਇਹ ਨਹੀਂ ਪਤਾ ਚੱਲਦਾ ਹੁੰਦਾ। ਸੋ ਇੱਥੇ ਪ੍ਰੋਗਰਾਮ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਇਫੈਕਟਿਵ ਨੇ ਉਹ ਤੁਸੀਂ ਦੱਸੀਆਂ ਨੇ। ਮੈਂ ਇਸ ਗੱਲੋਂ ਸ਼ੇਖਰ ਜੀ ਤੁਹਾਡਾ, ਪੂਰੀ ਹਮਦਰਦ ਟੀਮ ਦਾ ਬਹੁਤ ਥੈਂਕਫੁਲ ਹਾਂ ਕਿ ਆਪਾਂ ਜਿਹੜੇ ਵੀ ਟੌਪਿਕ ਤੁਸੀਂ ਲੈ ਕੇ ਆਉਂਦੇ ਹੋ ਆਪਾਂ ਡਿਸਕਸ ਕਰਦੇ ਹਾਂ ਜੀ, ਕਿਉਂਕਿ ਮੈਨੂੰ ਬਾਅਦ ਵਿੱਚ ਕਾਲ ਵੀ ਆਉਂਦੀਆਂ ਨੇਗੀਆਂ ਲੋਕਾਂ ਦੀਆਂ ਕਿ ਲੋਕ ਉਹਨਾਂ ਨੂੰ ਅਸੈਪਟ ਕਰਕੇ, ਅਡੋਪਟ ਕਰਕੇ ਆਪਦੇ ਆਪ ਨੂੰ ਘਰੇ ਬੈਠ ਕੇ ਬਹੁਤ ਸਿਹਤਯਾਬ ਹੁੰਦੇ ਨੇਗੇ। ਔਰ ਇਹੀ ਆਪਣਾ ਇੱਕ ਮੇਨ ਕਾਰਨ ਹੈਗਾ ਵੀ ਆਪਾਂ ਚਾਹੁੰਦੇ ਹਾਂ ਕਿ ਇੰਨੇ ਸਾਲਾਂ ਤੋਂ ਦੇਖੋ ਆਪਣਾ ਰੈਗੂਲਰ ਪ੍ਰੋਗਰਾਮ ਚੱਲ ਰਿਹਾ ਹੈਗਾ, ਆਪਾਂ ਇਹੀ ਆਪਣਾ ਏਮ ਵੀ ਹੈ ਕਿ ਲੋਕਾਂ ਨੂੰ ਘਰੇ ਬੈਠੇ ਜਾਂ ਉਹਨੂੰ ਘਰੇ, ਹੁਣ ਦੇਖੋ ਆਪਾਂ ਇਹ ਸ਼ਾਪਿੰਗ ਕਿਉਂ ਖੋਲ੍ਹੀ ਹੈ ਵੀ ਜੇ ਉਹਨੂੰ ਕਿਸੇ ਮੈਡੀਸਨ ਦੀ ਲੋੜ ਵੀ ਹੈ ਤਾਂ ਉਹ ਘਰੇ ਬੈਠ ਕੇ ਮੰਗਾ ਸਕਣ ਜੀ। ਸੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇੱਕ ਵਾਰ ਫਿਰ ਧੰਨਵਾਦ ਔਰ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਵੈਦ ਸਾਹਿਬ, ਔਰ ਦਰਸ਼ਕਾਂ ਨੂੰ ਅਸੀਂ ਇਹੀ ਕਹਾਂਗੇ ਜੀ, ਆਪਣੀ ਸਿਹਤ ਦਾ ਧਿਆਨ ਰੱਖੋ, ਕਿਉਂਕਿ ਸਿਹਤ ਤੋਂ ਵੱਧ ਕੇ ਕੁਝ ਨਹੀਂ ਹੈ। ਸੋ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।